TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਪਹਿਲਾਂ ਦੀ ਤਰ੍ਹਾਂ ਤੁਸੀਂ ਅੱਜ ਵਾਲੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਵੀ ਪਸੰਦ ਕਰੋਗੇ। ਪ੍ਰੋਗਰਾਮ ਦਾ ਸਮਾਂ ਅਸੀਂ ਤਬਦੀਲ ਕੀਤਾ ਜੀ। ਸੋ ਹੁਣ ਇਹ ਖੁੱਲ੍ਹਾ ਸੱਦਾ ਪ੍ਰੋਗਰਾਮ ਜਿਹੜਾ ਹੈ ਉਹ 6:30 ਵਜੇ ਟੋਰਾਂਟੋ ਸਮੇਂ ਮੁਤਾਬਕ ਜਿਹੜਾ ਹੈ ਉਹ ਆਇਆ ਕਰੇਗਾ। ਸੋ ਮੈਨੂੰ ਉਮੀਦ ਆ ਕਿ ਤੁਸੀਂ ਇਸ ਸਮੇਂ ਨੂੰ ਵੀ ਜਿਹੜਾ ਹੈ ਉਹ ਪੂਰਾ ਜਿਹੜਾ ਆਪਣਾ ਹੰਗਾਰਾ ਹੈ ਭਰਵਾਂ ਦਿਓਗੇ। ਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਦੇ ਹੈਗੇ ਆ। ਖੁੱਲ੍ਹਾ ਸੱਦਾ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਅੰਦਰੂਨੀ ਜਿਹੜਾ ਕੋਈ ਢੰਗ ਤਰੀਕਾ ਹੈ ਜਾਂ ਅੰਦਰੂਨੀ ਜਿਹੜੀਆਂ ਚੀਜ਼ਾਂ ਨੇ, ਅੰਦਰੂਨੀ ਗੱਲਾਂ ਬਾਤਾਂ ਨੇ, ਉਹ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਉਹਨਾਂ ਗੱਲਾਂ ਦਾ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਰ ਸਕੀਏ। ਕਿਉਂਕਿ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਸਿਰਫ ਖਬਰਾਂ ਨੂੰ ਖਬਰਾਂ ਦੀ ਤਰ੍ਹਾਂ ਦੇ ਨਾਲ ਪੜ੍ਹ ਦੇਣਾ ਜਾਂ ਖਬਰਾਂ ਨੂੰ ਖਬਰਾਂ ਦੀ ਤਰ੍ਹਾਂ ਦੇ ਨਾਲ ਸਿਰਫ ਜਾਣਕਾਰੀ ਹੀ ਪਹੁੰਚਾ ਦੇਣਾ ਇਸ ਪ੍ਰੋਗਰਾਮ ਦਾ ਮਕਸਦ ਨਹੀਂ ਹੈ। ਸਾਡਾ ਮਕਸਦ ਇਹ ਹੈਗਾ ਕਿ ਆਪਾਂ ਜੜ ਤੱਕ ਉਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰੀਏ, ਜੜ ਤੱਕ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਜੜ ਤੱਕ ਆਪਾਂ ਉਸ ਚੀਜ਼ ਦੇ ਜਾਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਨੂੰ ਜਿਹੜੇ ਸਾਡੇ ਮੌਜੂਦਾ ਤੇ ਪੁਰਾਣੇ ਤੇ ਜਿਹੜੇ ਹੁਣ ਦੇ ਮੌਜੂਦਾ ਅਸੀਂ ਜਿਹੜੇ ਮਸਲਿਆਂ ਨੂੰ ਆਪਾਂ ਜਿਹੜਾ ਹੈ ਉਹ ਇਸ ਟਾਈਮ ਦੇ ਉੱਤੇ ਦੇਖ ਰਹੇ ਹਾਂ ਉਹਨਾਂ ਦੀ ਜੜ ਤੱਕ ਪਹੁੰਚ ਕੇ ਅਸਲੀਅਤ ਤੱਕ ਜਿਹੜਾ ਹੈ ਉਹ ਪਹੁੰਚਣ ਦੀ ਕੋਸ਼ਿਸ਼ ਅਸੀਂ ਕਰਨ ਦੀ ਹਮੇਸ਼ਾ ਯਤਨਸ਼ੀਲ ਰਹੇ ਹਾਂ ਤੇ ਉਹ ਅਸੀਂ ਰਵਾਂਗੇ। ਸੋ ਅੱਜ ਦਾ ਜਿਹੜਾ ਮੈਂ ਟੌਪਿਕ ਲਿਆ ਉਹ ਮੈਂ ਇਸ ਕਰਕੇ ਲਿਆ ਹੈਗਾ ਕਿ ਉਹਦਾ ਕਾਰਨ ਇਹ ਸੀਗਾ ਕਿ ਅਸਲੀਅਤ ਤੋਂ ਕੂਹਾਂ ਦੂਰ ਨੇ ਇਹ ਜਿਹੜੇ ਰਾਜਨੀਤਿਕ ਲੋਕ। ਅਸਲੀਅਤ ਤੋਂ ਦੂਰ ਇਹ ਆਪ ਤਾਂ ਹੈਗੇ ਹੀ ਨੇ ਲੇਕਿਨ ਅੰਦਰੂਨੀ ਤੌਰ ਦੇ ਉੱਤੇ ਇਹ ਜਾਣਦੇ ਨੇ, ਪਰ ਲੋਕਾਂ ਨੂੰ ਇਹ ਕੋਹਾਂ ਦੂਰ ਕਿਸ ਤਰ੍ਹਾਂ ਦੇ ਨਾਲ ਕਰਦੇ ਨੇ ਆਪਾਂ ਉਸ ਦੇ ਉੱਤੇ ਅੱਜ ਗੱਲਬਾਤ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਜਿਹੜੀ ਹੈ ਉਹ ਕਰਾਂਗੇ। ਸੋ ਅਸਲੀਅਤ ਤੋਂ ਇਸ ਤਰ੍ਹਾਂ ਦੇ ਨਾਲ ਦੂਰ ਨੇ ਕਿ ਸਾਨੂੰ ਅਸਲ ਦੇ ਵਿੱਚ ਹਮੇਸ਼ਾ ਹੀ ਇਸ ਤਰ੍ਹਾਂ ਦੇ ਨਾਲ ਭੁਲੇਖਿਆਂ ਦੇ ਵਿੱਚ ਅਜਿਹੀਆਂ ਜਾਣਕਾਰੀਆਂ ਇਹ ਸਾਡੇ ਤੱਕ ਪਹੁੰਚਦੀਆਂ ਕਰਦੇ ਨੇ ਕਿ ਜਿਨ੍ਹਾਂ ਦਾ ਅਸਲੀਅਤ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਦੂਰ ਦੂਰ ਤੱਕ ਵੀ ਜਿਹੜਾ ਹੈ ਉਹ ਨਾਤਾ ਨਹੀਂ ਹੁੰਦਾ। ਤੇ ਅਸੀਂ ਹਮੇਸ਼ਾ ਵਿਅਕਤੀਗਤ ਤੌਰ ਦੇ ਉੱਤੇ ਪੋਲੀਟੀਕਲ ਬੰਦਿਆਂ ਨੂੰ ਜਾਂ ਪੋਲੀਟੀਕਲ ਤੌਰ ਦੇ ਉੱਤੇ ਆਪਾਂ ਇਹਨਾਂ ਬੰਦਿਆਂ ਦੇ ਨੂੰ ਰਾਜਨੀਤਿਕ ਤੌਰ ਦੇ ਉੱਤੇ ਹੀ ਵੱਡਾ ਜਾਂ ਛੋਟਾ ਜਾਂ ਦਰਮਿਆਨੇ ਕੱਦ ਦਾ ਜਿਹੜਾ ਹੈ ਉਹ ਲੀਡਰ ਮੰਨ ਕੇ ਤੇ ਉਹਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਜਿਹੜਾ ਹੈ ਉਹ ਕਰਦੇ ਆ ਰਹੇ ਹੈਗੇ ਆ। ਉਸ ਦੇ ਨਤੀਜੇ ਵਜੋਂ ਅੱਜ ਸਾਡੀ ਇਹ ਸਥਿਤੀ ਬਣ ਗਈ ਹੋਈ ਆ ਕਿ ਸਾਨੂੰ ਅਸਲੀਅਤ ਦੇ ਸਮਝਣ ਦੇ ਵਿੱਚ ਜਿਹੜੀ ਆ ਉਹ ਮੁਸ਼ਕਲ ਤੇ ਬਹੁਤ ਵੱਡੀ ਦਿੱਕਤ ਦਾ ਸਾਨੂੰ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈਗਾ। ਉਹ ਜਿਹੜੀ ਅਸਲੀਅਤ ਤੋਂ ਅਸੀਂ ਕੋਹਾਂ ਦੂਰ ਚਲ ਗਏ ਆ ਤੇ ਸਾਨੂੰ ਇਸ ਤਰ੍ਹਾਂ ਦੇ ਨਾਲ ਉਲਝਾ ਦਿੱਤਾ ਗਿਆ ਹੈਗਾ, ਵਿਅਕਤੀ ਵਿਸ਼ੇਸ਼ ਦੇ ਤੌਰ ਦੇ ਉੱਤੇ ਉਲਝਾ ਦਿੱਤਾ ਗਿਆ, ਪਾਰਟੀਆਂ ਦੇ ਤੌਰ ਦੇ ਉੱਤੇ ਉਲਝਾ ਦਿੱਤਾ ਗਿਆ ਤਾਂ ਕਿ ਅਸਲੀ ਚੀਜ਼ ਨੂੰ ਅਸੀਂ ਸਮਝ ਹੀ ਨਾ ਪਾਈਏ। ਜਿੰਨੀ ਦੇਰ ਤੱਕ ਅਸਲੀਅਤ ਨੂੰ ਅਸੀਂ ਨਹੀਂ ਸਮਝਦੇ ਉਨੀ ਦੇਰ ਤੱਕ ਕਿਸੇ ਵੀ ਜਿਹੜੀ ਬਿਮਾਰੀ ਆ ਜਾਂ ਕੋਈ ਵੀ ਸਾਡੇ ਜਿਹੜੇ ਮਸਲੇ ਨੇ ਜਾਂ ਸਾਡੇ ਹੱਕ ਹਕੂਕ ਨੇ ਉਹਨਾਂ ਨੂੰ ਸਮਝਣ ਵਿੱਚ ਹਮੇਸ਼ਾ ਹੀ ਮੁਸ਼ਕਲ ਜਿਹੜੀ ਆ ਉਹ ਸਾਡੇ ਦਰਪੇਸ਼ ਜਿਹੜੀ ਆ ਉਹ ਹੋਵੇਗੀ। ਇਸੇ ਕਰਕੇ ਹਮੇਸ਼ਾ ਹੀ ਰਾਜਨੀਤਿਕ ਲੋਕ ਸਾਡੇ ਉੱਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਕੇ ਆਪਣਾ ਜਿਹੜਾ ਹੈ ਉਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਕ ਦੂਜੇ ਤੋਂ ਵੱਡਾ ਤੇ ਇੱਕ ਦੂਜੇ ਤੋਂ ਚੰਗਾ ਹੋਣ ਦਾ ਜਿਹੜਾ ਇਹ ਸਾਨੂੰ ਆਪਣਾ ਵਰਤੀਰਾ ਦਿਖਾ ਕੇ ਤੇ ਸਾਨੂੰ ਜਿਹੜਾ ਹੈ ਮਨਮੋਹਿਤ ਕਰ ਲੈਂਦੇ ਨੇ, ਸਾਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਤੇ ਅਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਆ ਕੇ ਉਹਨਾਂ ਵੱਲ ਖਿੱਚੇ ਤੁਰੇ ਜਾਂਦੇ ਹੈਗੇ ਆ। ਅਸੀਂ ਇਹ ਸੋਚਦੇ ਹੈਗੇ ਆ ਕਿ ਸ਼ਾਇਦ ਇੱਕ ਪਾਰਟੀ ਜਾਂ ਇੱਕ ਵਿਅਕਤੀ ਵਿਸ਼ੇਸ਼ ਜਾਂ ਇੱਕ ਜਿਹੜੇ ਲੋਕ ਰਾਜਨੀਤਿਕ ਨੇ ਇਹ ਸਾਨੂੰ ਇੱਕ ਨੇ ਧੋਖਾ ਦਿੱਤਾ ਜਾਂ ਇੱਕ ਨੇ ਸਾਡੀਆਂ ਗੱਲਾਂ ਨਹੀਂ ਪ੍ਰਵਾਨ ਕੀਤੀਆਂ ਤਾਂ ਸ਼ਾਇਦ ਦੂਸਰਾ ਜਿਹੜਾ ਹੈ ਉਹ ਕਰ ਲਵੇਗਾ। ਜੇ ਦੂਸਰੇ ਨੇ ਨਹੀਂ ਕੀਤੀਆਂ ਤੇ ਸਾਨੂੰ ਇਦਾਂ ਲੱਗਦਾ ਕਿ ਜਿੱਦਾਂ ਤੀਸਰਾ ਕਰ ਲਵੇਗਾ ਜਾਂ ਚੌਥਾ ਕਰ ਲਵੇਗਾ। ਅਸੀਂ ਅੱਜ ਤੱਕ ਪੋਲੀਟੀਕਲ ਸਟਰਕਚਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਨਹੀਂ ਪਾਏ ਤਾਂ ਕਰਕੇ ਅਸੀਂ ਇਹਨਾਂ ਮੁਸ਼ਕਲਾਂ ਦੇ ਵਿੱਚ ਅੱਜ ਆਣ ਫਸੇ ਹੈਗੇ ਆ। ਬਾਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਜਿਹੜਾ ਸਾਡੇ ਅੱਗੇ ਆ ਰਿਹਾ
ਕੁਝ ਸਾਲ ਸਾਡੇ ਅੱਗੇ ਆ ਰਹੇ ਨੇ। ਇਸ ਸਪੈਸ਼ਲੀ ਪੰਜਾਬ ਦੀ ਧਰਤੀ ਦੇ ਉੱਤੇ ਇਸ ਖਿੱਤੇ ਦੇ ਵਿੱਚ ਰਾਜ ਕਰਨਾ ਸੌਖਾ ਨਹੀਂ ਹੋਏਗਾ ਪੋਲੀਟੀਕਲ ਬੰਦਿਆਂ ਵਾਸਤੇ ਵੀ। ਰਾਜਨੀਤੀ ਜਿਸ ਤਰ੍ਹਾਂ ਦੀ ਇਹ ਪਿਛਲੇ ਸਮੇਂ ਦੇ ਦੌਰਾਨ ਕਰਕੇ ਚੱਲੇ ਆ ਰਹੇ ਸੀ, ਅੱਜ ਉਹ ਸਮਾਂ ਜਿਹੜਾ ਹੈ ਉਹ ਬੜੀ ਤੇਜ਼ੀ ਨਾਲ ਤਬਦੀਲ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਦੇਖਾਂਗੇ ਤੇ ਇਹ ਰਾਜ ਜਿਹੜਾ ਹੈ ਇਹ ਕੰਡਿਆਂ ਦਾ ਤਾਜ ਵੀ ਬਣਨ ਵਾਲਾ ਹੋ ਸਕਦਾ ਹੈਗਾ। ਉਹਦੇ ਬਹੁਤ ਸਾਰੇ ਪਹਿਲੂ ਨੇ, ਹੌਲੀ ਹੌਲੀ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਇਸ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਪਰ ਅੱਜ ਜਿਹੜਾ ਸਾਡਾ ਮੇਨ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦਾ ਇਹ ਮਕਸਦ ਹੈਗਾ ਕਿ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਸਾਡਾ ਸਾਰਾ ਹੀ ਧਿਆਨ ਜਿਹੜਾ ਇਸ ਟਾਈਮ ਦੇ ਉੱਤੇ ਪੋਲੀਟੀਕਲ ਬੰਦਿਆਂ ਨੇ ਇਹ ਖਿੱਚਿਆ ਹੋਇਆ ਕਿ 22 ਦੀ ਜਿਹੜੀ ਇਲੈਕਸ਼ਨ ਆ ਪੰਜਾਬ ਦੀ, ਇਹ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈਗੀ ਆ, ਇਹਦੇ ਵਿੱਚ ਸਾਨੂੰ ਸੱਤਾ ਦੀ ਪ੍ਰਾਪਤੀ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋ ਜੇ ਤੇ ਅਸੀਂ ਤੁਹਾਡੇ ਜਿਹੜੇ ਮੌਜੂਦਾ ਤੇ ਪੁਰਾਣੇ ਮਸਲੇ ਨੇ ਉਹਨਾਂ ਨੂੰ ਅਸੀਂ ਹੱਲ ਜਿਹੜਾ ਹੈ ਉਹ ਕਰ ਦਿਆਂਗੇ। ਉਹਦੇ ਵਿੱਚ ਹਰ ਰਾਜਨੀਤਿਕ ਬੰਦਾ ਤੇ ਉਸ ਦੀ ਜਿਹੜੀ ਪਾਰਟੀ ਹੈਗੀ ਆ ਉਹ ਉਸ ਤਰ੍ਹਾਂ ਦਾ ਹੀ ਕੁਛ ਜਿਹੜਾ ਜਾਲ ਆ ਉਹ ਫਸਾ ਰਹੇ ਨੇ, ਜਾਲ ਦੇ ਵਿੱਚ ਫਸਾ ਰਹੇ ਨੇ। ਇਸ ਤਰ੍ਹਾਂ ਦੀਆਂ ਹੀ ਉਹ ਗੱਲਾਂ ਬਾਤਾਂ ਕਰ ਰਹੇ ਨੇ ਜਿਹਦੇ ਵਿੱਚ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਤੇ ਤਾਂ ਬਹੁਤ ਵੱਡਾ ਕਰ ਦਿੰਦੇ ਆ ਜਾਂ ਕਿਤੇ ਅਸੀਂ ਉਹਨੂੰ ਫਿਰ ਦੁਬਾਰਾ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਉਸ ਜਿਹੜੀ ਸਾਡੀ ਜਦੋਜਹਿਦ ਆ ਉਸ ਦੇ ਵਿੱਚ ਉਹ ਰਾਜਨੀਤਿਕ ਲੋਕ ਵੀ ਫਾਇਦਾ ਲੈ ਰਹੇ ਨੇ ਕਿ ਜਿਹੜੇ ਲੋਕ ਇਹ ਸਮਝਦੇ ਨੇ ਕਿ ਮੈਂ ਅੱਜ ਜਿਹੜੀ ਉਹ ਬਾਜੀ ਮਾਰ ਲਈ ਆ, ਉੱਪਰ ਨੂੰ ਚਲਾ ਗਿਆ, ਤੇ ਜਿਹੜਾ ਦੂਸਰਾ ਹੁੰਦਾ ਫਿਰ ਅਗਲੇ ਦਿਨ ਕੋਈ ਨਵਾਂ ਪੈਂਤੜਾ ਅਪਣਾਉਂਦਾ ਤੇ ਅਸੀਂ ਉਹਦੇ ਮਗਰ ਜਿੰਦਾਬਾਦ ਤੇ ਦੂਸਰੇ ਦੇ ਮਗਰ ਮੁਰਦਾਬਾਦ ਦੇ ਅਸੀਂ ਨਾਅਰੇ ਜਿਹੜੇ ਆ ਉਹ ਲਾ ਕੇ ਆਪਣੇ ਆਪ ਨੂੰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੀ ਜਿਹੜੀ ਇਨਪੁਟ ਆ, ਆਪਣਾ ਜਿਹੜਾ ਬਣਦਾ ਹਿੱਸਾ ਉਹ ਅਸੀਂ ਪਾ ਰਹੇ ਹੈਗੇ ਆ। ਲੇਕਿਨ ਜੇ ਅਸੀਂ ਇਸ ਧਿਆਨ ਨਾਲ ਇਸ ਸਾਰੇ ਹੀ ਪੋਲੀਟੀਕਲ ਸਟਰਕਚਰ ਨੂੰ ਸਮਝਣਾ ਹੋਵੇ ਤੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹੁਣ ਇਸ ਟਾਈਮ ਦੇ ਉੱਤੇ ਪੰਜਾਬ ਦੀ ਸੱਤਾ ਨੂੰ ਹਥਿਆਉਣ ਵਾਸਤੇ ਆਪਣੇ ਹੱਥ ਕੰਡੇ ਅਪਣਾ ਰਹੀਆਂ ਨੇ, ਉਹਨਾਂ ਦੇ ਸਾਰੇ ਹੀ ਲੀਡਰਾਂ ਦੇ, ਉਹਨਾਂ ਦੇ ਨੁਮਾਇੰਦਿਆਂ ਦੇ, ਉਹਨਾਂ ਦੇ ਵਰਕਰਾਂ ਦੇ ਜਿਹੜੇ ਲੋਕ ਉਹ ਕੰਮ ਕਰ ਰਹੇ ਨੇ ਆਪਣੀ ਆਪਣੀ ਪਾਰਟੀ ਦੇ ਵਿੱਚ, ਉਹਨਾਂ ਦੀ ਬਿਆਨਬਾਜ਼ੀ ਨੂੰ ਜਿਹੜਾ ਹੈ ਉਹ ਸਮਝਣ ਦੀ ਲੋੜ ਹੈਗੀ ਆ। ਜਿੰਨੀਆਂ ਵੀ ਪੋਲੀਟੀਕਲ ਕਲਾਸ ਨੇ ਇਸ ਟਾਈਮ ਦੇ ਉੱਤੇ, ਜਿਹੜੀਆਂ ਪਾਰਟੀਆਂ ਨੇ ਜਾਂ ਮੌਜੂਦਾ ਪਾਰਟੀਆਂ ਸੀ ਜਾਂ ਕੁਝ ਹੋਰ ਸਿਰ ਕੱਢ ਰਹੀਆਂ ਪਾਰਟੀਆਂ ਨੇ ਜਾਂ ਸਿਰ ਕੱਢ ਰਹੇ ਬੰਦੇ ਨੇ, ਉਹਨਾਂ ਦੀ ਸਟੇਟਮੈਂਟਾਂ ਤੁਸੀਂ ਧਿਆਨ ਦੇ ਨਾਲ ਦੇਖੋ, ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ ਕਿ ਇਹ ਲੋਕ ਜਿਹੜੇ ਨੇ ਇਹ ਕਰ ਕੀ ਰਹੇ ਨੇ ਤੇ ਸਾਨੂੰ ਕੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਹੈਗਾ, ਜਾਂ ਸਾਨੂੰ ਇਹਨਾਂ ਦੀ ਗੱਲ ਨੂੰ ਸਮਝਣਾ ਚਾਹੀਦਾ ਜਾਂ ਨਹੀਂ ਸਮਝਣਾ ਚਾਹੀਦਾ। ਕੱਲਾ ਵਿਰੋਧ ਕਰ ਦੇਣ ਦੇ ਨਾਲ ਸਾਡੇ ਨਾ ਤਾਂ ਮਸਲੇ ਪਹਿਲਾਂ ਹੱਲ ਹੋਏ ਨੇ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਹੋਣਗੇ। ਅਸਲ ਦੇ ਵਿੱਚ ਸਾਨੂੰ ਇਹ ਸਾਰੇ ਹੀ ਪੋਲੀਟੀਕਲ ਸਟਰਕਚਰ ਨੂੰ, ਪੋਲੀਟੀਕਲ ਗੇਮ ਨੂੰ, ਪੋਲੀਟੀਕਲ ਬੰਦਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਹੈਗੀ ਆ। ਹਰ ਪਾਰਟੀ ਆਉਂਦੀ ਆ ਉਹ ਜਾਂ ਤਾਂ ਨੌਕਰੀ ਦੀ ਗੱਲਬਾਤ ਕਰਦੀ ਆ ਕਿ ਮੈਂ ਤੁਹਾਨੂੰ ਇੰਨੇ ਬੰਦਿਆਂ ਨੂੰ ਰੁਜ਼ਗਾਰ ਜਿਹੜਾ ਉਹ ਪੈਦਾ ਕਰ ਦੇਵਾਂਗੇ, ਅਸੀਂ ਤੁਹਾਨੂੰ ਇੰਨੀ ਬਿਜਲੀ ਜਿਹੜੀ ਆ ਉਹ ਫ੍ਰੀ ਦੇ ਦਿੱਤੀ ਜਾਏਗੀ, ਤੁਹਾਡੀ ਆਟਾ ਦਾਲ ਸਕੀਮ ਜਿਹੜੀ ਆ ਉਹਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ, ਤੁਹਾਨੂੰ ਜਿਹੜਾ ਹੈ ਅਸੀਂ ਇੰਨੇ % ਸਸਤਾ ਲੋਨ ਜਿਹੜਾ ਹੈ ਉਹ ਪ੍ਰੋਵਾਈਡ ਜਿਹੜਾ ਹੈ ਉਹ ਕਰਵਾ ਦੇਵਾਂਗੇ। ਇਹ ਸਾਰਾ ਕੁਝ ਜਦੋਂ ਤੁਸੀਂ ਇਸ ਸਟਰਕਚਰ ਨੂੰ ਦੇਖੋਗੇ ਧਿਆਨ ਦੇ ਨਾਲ ਤੇ ਪਿਛਲੇ ਲੰਮੇ ਸਮੇਂ ਤੋਂ ਇਹੀ ਗੱਲਾਂ ਨੂੰ ਉਹ ਆਪਣੇ ਢੰਗ ਦੇ ਨਾਲ ਪ੍ਰਚਾਰਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ, ਤੇ ਅਸੀਂ ਹਰ ਵਾਰ ਉਹਨਾਂ ਤੋਂ ਕੁਝ ਨਵਾਂ ਸੁਣਨ ਜਾਂ ਨਵੇਂ ਤਰੀਕੇ ਦੇ ਨਾਲ ਨਵਾਂ ਸਜਾ ਕੇ ਪੇਸ਼ ਕੀਤੇ ਹੋਏ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਅਸੀਂ ਸਮਝਣ ਦੇ ਵਿੱਚ ਜਿਹੜਾ ਨਾ ਸਮਝ ਹੋ ਜਾਂਦੇ ਹੈਗੇ ਆ। ਅਸੀਂ ਸਮਝਣ ਦੇ ਵਿੱਚ ਸਾਨੂੰ ਤਕਲੀਫ ਹੋ ਜਾਂਦੀ ਆ ਉਸ ਦੇ ਵਿੱਚ। ਉਹਦਾ ਕਾਰਨ ਬਹੁਤ ਵੱਡਾ ਇਹ ਹੈਗਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਅਧਿਐਨ ਜਿਹੜਾ ਹੈ ਉਹ ਨਹੀਂ ਕਰਦੇ ਹੈਗੇ, ਆਪਣੇ ਤੌਰ ਦੇ ਉੱਤੇ ਅਸੀਂ ਉਸ ਦੀ ਛਾਣਬੀਨ ਜਾਂਚ ਜਿਹੜੀ ਆ ਉਹ ਨਹੀਂ ਕਰਦੇ ਹੈਗੇ। ਆਪਾਂ ਗੱਲ ਕਰ ਲੈਂਦੇ ਆ ਕਾਂਗਰਸ ਦੀ। ਕਾਂਗਰਸ ਦੇ ਜਿਹੜੇ ਇਸ ਟਾਈਮ ਦੇ ਉੱਤੇ ਮੌਜੂਦਾ ਬਣਿਆ ਸਿੱਧੂ ਪ੍ਰਧਾਨ ਹੈ, ਉਹ ਇਹ ਕਹਿੰਦਾ ਕਿ ਜੇ ਮੇਰੀ ਸਰਕਾਰ ਆ ਜਾਵੇ, ਤੇ ਲੋਕ ਕਈ ਸਵਾਲ ਵੀ ਕਰ ਦਿੰਦੇ ਨੇ ਭਾਈ ਹੁਣ ਕਿਹਦੀ ਸਰਕਾਰ ਹੈਗੀ ਆ।
ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਹੈਗਾ ਕਿਉਂਕਿ ਇਹ ਵੱਡੀਆਂ ਰਾਜਨੀਤਿਕ ਪਾਰਟੀਆਂ ਦੀ ਇੱਕ ਸੋਚੀ ਸਮਝੀ ਜਿਹੜੀ ਹੈਗੀ ਆ ਉਹ ਚਾਲ ਹੁੰਦੀ ਆ ਕਿ ਉਹਦੇ ਵਿੱਚ ਤੁਸੀਂ ਚਿਹਰੇ ਵਜੋਂ ਕਿਸੇ ਨੂੰ ਪੇਸ਼ ਕਰਦੇ ਹੋ ਕਿ ਉਹ ਚਿਹਰੇ ਦੇ ਕਾਰਨ, ਉਸ ਵਿਅਕਤੀ ਦੇ ਕਾਰਨ ਇਹ ਜਿਹੜੀਆਂ ਸਾਡੇ ਜਿਹੜੇ ਵਾਅਦੇ ਸੀ ਉਹ ਪੂਰੇ ਨਹੀਂ ਹੋਏ ਤੇ ਅਸੀਂ ਤੁਹਾਨੂੰ ਇੱਕ ਨਵਾਂ ਵਿਅਕਤੀ ਹੁਣ ਇਸ ਵਾਰੀ ਦੇਵਾਂਗੇ, ਉਹ ਜਿਹੜੇ ਸਾਰੇ ਵਾਅਦੇ ਨੇ ਉਹ ਤੁਹਾਡੇ ਪੂਰੇ ਕਰ ਦੇਗਾ। ਜਿਹੜੀਆਂ ਆਪੋਜਿਟ ਪਾਰਟੀਆਂ ਨੇ, ਜਿਹੜੀਆਂ ਸੱਤਾ ਰਹਿਤ ਨੇ ਇਸ ਟਾਈਮ ਦੇ ਉੱਤੇ, ਉਹ ਕਹਿੰਦੀਆਂ ਨੇ ਕਿ ਇਹਨਾਂ ਨੇ ਖਰਾਬ ਕਰ ਦਿੱਤਾ ਸਾਰਾ 5-7 ਸਾਲਾਂ ਦੇ ਵਿੱਚ। ਤੇ ਜਦੋਂ ਸਾਡੀ ਸਰਕਾਰ ਸੀ ਤੇ ਉਦੋਂ ਅਸੀਂ ਬਹੁਤ ਕੁਝ ਕੰਮ ਕੀਤੇ। ਅਕਾਲੀ ਦਲ ਦੀ ਗੱਲ ਲਓ, ਉਹ ਕਹਿੰਦਾ ਜੀ ਅਸੀਂ ਬਹੁਤ ਕੰਮ ਕੀਤੇ ਤੇ ਅਸੀਂ ਹੁਣ ਉਸ ਨਾਲੋਂ ਵੀ ਵਧੀਆ ਕੰਮਕਾਰ ਜਿਹੜਾ ਹੈ ਉਹ ਕਰਕੇ ਤੁਹਾਨੂੰ ਦਿਖਾਵਾਂਗੇ। ਸੋ ਇਹਦੇ ਵਿੱਚ ਉਹਨਾਂ ਦਾ ਤੁਸੀਂ ਸਾਰੇ ਉਹਨਾਂ ਦੀ ਮਾਨਸਿਕਤਾ ਸਮਝੋ ਕਿ ਉਹ ਤੁਹਾਡੀ ਯਾਦਾਸ਼ਤ ਨੂੰ ਚੈੱਕ ਕਰਦੇ ਨੇ ਕਿ ਕਿੰਨੀ ਕੁ ਯਾਦਾਸ਼ਤ ਤੁਸੀਂ ਆਪਣੇ ਅੰਦਰ, ਤੁਹਾਡੀ ਯਾਦਾਸ਼ਤ ਕਿੰਨੀ ਆ ਇਸ ਮਸਲੇ ਦੇ ਉੱਤੇ। ਪੋਲੀਟੀਕਲ ਸਟਰਕਚਰ ਦੀ ਮੈਂ ਇਕੱਲੀ ਗੱਲਬਾਤ ਕਰਦਾ ਪਿਆ, ਮੈਂ ਨਿੱਜੀ ਤੌਰ ਦੇ ਉੱਤੇ ਕਿਸੇ ਦੀ ਮਾਨਸਿਕਤਾ ਦੇ ਉੱਤੇ ਨਹੀਂ ਗੱਲ ਕਰਦਾ ਪਿਆ ਕਿ ਅਸੀਂ ਕਿੰਨਾ ਕੁ ਉਸ ਚੀਜ਼ ਨੂੰ, ਉਸ ਸਮੇਂ ਦੀ ਸਰਕਾਰ ਦੇ ਕੀਤੇ ਹੋਏ ਮਾੜੇ ਚੰਗੇ ਕੰਮਾਂ ਨੂੰ ਯਾਦ ਰੱਖਦੇ ਹੈਗੇ ਆ ਤੇ ਕਿਵੇਂ ਅਸੀਂ ਉਸ ਦੇ ਵਿੱਚ ਫਸਦੇ ਹੈਗੇ ਆ। ਸਵਾਲ ਇਹ ਖੜਾ ਹੁੰਦਾ। ਇੱਕ ਤੀਜੀ ਪਾਰਟੀ ਆਉਂਦੀ ਆ, ਉਹ ਕਹਿੰਦੀ ਆ ਕਿ ਅਸੀਂ ਰਾਜ ਕਰਾਂਗੇ। ਉਹ ਉਹਨਾਂ ਵਰਗਾ ਹੀ ਇੱਕ ਸਜਿਆ ਸਜਾਇਆ ਨਵੀਂ ਦੁਲਹਨ ਵਾਂਗੂ ਉਹ ਕੱਪੜੇ ਪਵਾ ਕੇ ਤੁਹਾਨੂੰ ਉਹ ਲਫ਼ਜ਼ ਜਿਹੜੇ ਨੇ ਤੁਹਾਡੇ ਅੱਗੇ ਸਿੱਟੇ ਜਾਂਦੇ ਨੇ ਕਿ ਜੇ ਇਹ ਇੰਨਾ ਕਰਨਗੇ ਤੇ ਅਸੀਂ ਉਸ ਤੋਂ ਸਵਾਇਆ ਥੋੜ੍ਹਾ ਜਿਹਾ ਜ਼ਿਆਦਾ ਜਿਹੜਾ ਹੈ ਉਹ ਕਰਾਂਗੇ। ਉਹਦਾ ਕਾਰਨ ਕੀ ਹੁੰਦਾ? ਉਹਦਾ ਇਹ ਹੁੰਦਾ ਵੀ ਕਰਨਾ ਕਰਾਉਣਾ ਤਾਂ ਕਿਸੇ ਨੇ ਕੁਝ ਹੈ ਨਹੀਂ, ਸਿਰਫ ਅਸੀਂ ਇਹਨਾਂ ਨੂੰ ਗੱਲਾਂ ਦੇ ਵਿੱਚ ਉਲਝਾਉਣਾ ਹੈਗਾ ਕਿ ਕਿੰਨਾ ਕੁ ਸਾਡੇ ਕੋਲ ਲੋਕ ਜਿਹੜੇ ਨੇ ਉਹ ਲੋਭਦੇ ਨੇ। ਤੁਹਾਡੀ ਇੱਥੇ ਉਹ ਲੋਭ ਨੂੰ ਚੈੱਕ ਕਰ ਰਹੇ ਹੁੰਦੇ ਨੇ ਕਿ ਕਿੰਨੇ ਕੁ ਤੁਸੀਂ ਸਾਡੇ ਲੁਭਾਵਣੇ ਵਾਅਦਿਆਂ ਦੇ ਵਿੱਚ ਜਿਹੜਾ ਹੈ ਉਹ ਫਸਦੇ ਹੈਗੇ ਆ। ਲੇਕਿਨ ਸਵਾਲ ਇੱਥੇ ਇਹ ਪੈਦਾ ਹੁੰਦਾ ਹੈਗਾ ਕਿ ਅਸੀਂ ਕਿੱਥੇ, ਸਮਝਦਾਰੀ ਸਾਡੀ ਕਿੱਥੇ ਜਾਂਦੀ ਆ, ਅਸੀਂ ਕਿੱਥੇ ਖੜੇ ਹੈਗੇ ਆ। ਅਸੀਂ ਇਸ ਸਟਰਕਚਰ ਨੂੰ, ਇਹਨਾਂ ਕੋਲ ਕਿਹੜੀ ਇਹੋ ਜਿਹੀ ਐਜੂਕੇਸ਼ਨ, ਕਿਹੜਾ ਇਹਨਾਂ ਕੋਲ ਅਜਿਹਾ ਸਿਸਟਮ ਆ ਕਿ ਅਸੀਂ ਹਰ ਵਾਰ ਇਹਨਾਂ ਦੇ ਜਿਹੜੇ ਲੁਭਾਵਣੇ ਵਾਅਦੇ ਨੇ ਉਹਨਾਂ ਦੇ ਵਿੱਚ ਫਸਦੇ ਆ ਤੇ ਫਿਰ ਅਸੀਂ 4.5 ਸਾਲ ਲਗਾਤਾਰ ਉਹਨਾਂ ਵੱਲੋਂ ਜੋ ਤਸ਼ੱਦਦ, ਜੋ ਸਾਡੇ ਨਾਲ ਵਧੀਕੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਫਿਰ ਸਹਿ ਕੇ ਫਿਰ ਅਸੀਂ ਕੋਸਦੇ ਆ, ਫਿਰ ਅਸੀਂ ਉਹਨਾਂ ਨੂੰ ਫਰੋਲਦੇ ਆ, ਫਿਰ ਉਹਨਾਂ ਦੇ ਉੱਤੇ ਅਸੀਂ ਟਿੱਪਣੀਆਂ ਕਰਦੇ ਆ, ਫਿਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜਿਹੜੀ ਭਾਸ਼ਾ ਵਿਗਾੜ ਕੇ ਵੀ ਅਸੀਂ ਉਹ ਗੱਲਾਂ ਬਾਤਾਂ ਕਰਦੇ ਆ ਕਿ ਇਹਨਾਂ ਨੇ ਸਾਡੇ ਨਾਲ ਆ ਜਿਹੜੀ ਉਹ ਮਾੜੀ ਕੀਤੀ। ਪਰ ਜਿਹੜਾ ਪਹਿਲਾ ਸੱਤਾ ਦੇ ਵਿੱਚ ਸੀਗਾ, ਫਿਰ ਅਸੀਂ ਉਹਦੀ ਵੀ ਕਾਰਗੁਜ਼ਾਰੀ ਜਿਹੜੀ ਆ ਮਾੜੀ ਕੀਤੀ ਹੋਈ ਉਹਨੂੰ ਭੁੱਲ ਕੇ ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਹੁਣ ਇਸ ਵਾਰੀ ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਜਾਵੇ ਤੇ ਇਹ ਜਿਹੜਾ ਸਾਡੇ ਮਸਲੇ ਨੇ, ਜਿਹੜੇ ਸਾਡੀਆਂ ਜੋ ਵੀ ਸਾਡੇ ਹੱਕ ਹਕੂਕ ਨੇ ਉਹ ਸਾਨੂੰ ਹੁਣ ਉਹ ਪੈਦਾ ਕਰ ਦੇਣਗੇ। ਲੇਕਿਨ ਕਰਨਾ ਉਹਨਾਂ ਨੇ ਵੀ ਫਿਰ ਜਿਹੜਾ ਹੈ ਉਹ ਕੁਛ ਨਹੀਂ ਹੁੰਦਾ ਹੈਗਾ। ਸੋ ਇਹ ਲਗਾਤਾਰ ਜਿਹੜੀ ਚੱਲੀ ਆ ਰਹੀ ਲੜੀ ਹੈਗੀ ਆ, ਇਸ ਨੂੰ ਕਿਵੇਂ ਤੋੜਿਆ ਜਾਵੇ, ਸਵਾਲ ਇਹ ਸਭ ਤੋਂ ਵੱਡਾ ਖੜਾ ਹੁੰਦਾ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੁੰਨੇ ਆ। ਸੋ ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਵਕਤ ਬਦਲ ਚੁੱਕਾ ਹੈ ਤੇ ਵਕਤ ਦੇ ਨਾਲ ਬਦਲ ਚੁੱਕੇ ਨੇ ਐਂਟਰਟੇਨਮੈਂਟ ਦੇ ਸਾਧਨ ਵੀ। ਹੁਣ ਕੇਬਲ, ਸੈਟੇਲਾਈਟ ਜਾਂ IPTV ਬਾਕਸ ਦੀ ਕੋਈ ਜ਼ਰੂਰਤ ਨਹੀਂ। ਆਪਣਾ ਸਮਾਰਟਫੋਨ ਚੁੱਕੋ ਅਤੇ ਐਪ ਸਟੋਰ ਜਾਂ ਗੂਗਲ ਪਲੇ ਸਟੋਰ ਤੋਂ ਅੱਜ ਹੀ ਡਾਊਨਲੋਡ ਕਰੋ ਈਬਾਬਾ ਐਂਟਰਟੇਨਮੈਂਟ ਐਪ। ਕਾਸਟ ਡੋਂਗਲ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਟੀਵੀ ਚੈਨਲਸ ਜਾਂ ਮੂਵੀਜ਼ ਆਪਣੇ ਟੀਵੀ ਤੇ ਵੀ ਦੇਖ ਸਕਦੇ ਹੋ ਅਤੇ ਡਰਾਈਵ ਕਰਦੇ ਵੇਲੇ ਬਲੂਟੁੱਥ ਨਾਲ ਰੇਡੀਓ ਵੀ ਸੁਣ ਸਕਦੇ ਹੋ। ਈਬਾਬਾ ਐਂਟਰਟੇਨਮੈਂਟ ਐਪ ਐਂਡਰੋਇਡ ਟੀਵੀ ਅਤੇ ਸੈਟ ਟੌਪ ਬਾਕਸ ਗੂਗਲ ਪਲੇ ਸਟੋਰ ਤੇ ਉਪਲਬਧ ਹਨ। ਸੋ ਜਲਦੀ ਤੋਂ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਵੀ ਇਹ ਜਾਣਕਾਰੀ ਸ਼ੇਅਰ ਕਰੋ। ਈਬਾਬਾ ਐਂਟਰਟੇਨਮੈਂਟ ਐਪ। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਸਮੇਂ ਦੀ ਤਬਦੀਲੀ ਹੋਈ ਹੈ ਜੀ। ਪ੍ਰੋਗਰਾਮ ਸਾਡਾ ਜਿਹੜਾ ਹੈ ਉਹ 6:30 ਵਜੇ ਹੁਣ ਟੋਰਾਂਟੋ ਸਮੇਂ ਦੇ ਮੁਤਾਬਕ ਜਿਹੜਾ ਹੈ ਉਹ ਆਇਆ ਕਰੇਗਾ। ਸੋ ਇੰਡੀਆ ਦੇ ਸਮੇਂ ਮੁਤਾਬਕ ਹੁਣ ਬਹੁਤ ਅਰਲੀ ਹੋ ਜਾਵੇਗਾ। ਅਸੀਂ ਖਾਸ ਪ੍ਰੋਗਰਾਮ ਜਿਹੜਾ ਇੰਡੀਆ ਤੋਂ ਲਿਆ ਕਰਾਂਗੇ, ਉਸ ਨੂੰ ਅਸੀਂ ਜਿਹੜਾ ਹੈ ਬਾਅਦ ਵਿੱਚ ਲੇਟ ਨਾਈਟ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਰਿਕਾਰਡ ਕਰਨ ਦੀ, ਕਿਉਂਕਿ ਸਮਾਂ ਜਿਹੜਾ ਹੈ ਸਾਨੂੰ ਤਬਦੀਲ ਕਰਨਾ ਪੈਣਾ ਸੀ, ਕਿਉਂਕਿ ਸਾਡੀ ਕੁਝ ਟੈਕਨੀਕਲ ਪ੍ਰੋਬਲਮ ਜਿਹੜੀਆਂ ਨੇ ਉਹ ਖੜੀਆਂ ਹੁੰਦੀਆਂ ਨੇ ਲੇਟ। ਸੋ ਇਸ ਕਰਕੇ ਅਸੀਂ ਪ੍ਰੋਗਰਾਮ ਦੀ ਜਿਹੜੀ ਹੈ ਸਮੇਂ ਦੀ ਤਬਦੀਲੀ ਕੀਤੀ ਆ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਇਸ ਸਮੇਂ ਦੇ ਉੱਤੇ ਵੀ ਪਸੰਦ ਆ ਰਿਹਾ ਹੋਵੇਗਾ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਸੱਤਾਧਾਰੀ ਜਿਹੜੀਆਂ ਨੇ ਜਾਂ ਜਿਹੜੀਆਂ ਪਾਰਟੀਆਂ ਇਸ ਟਾਈਮ ਦੇ ਉੱਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀਆਂ ਕਿ ਅਸੀਂ ਤੁਹਾਡੇ ਜਿਹੜੇ ਹੈਗੇ ਆ ਉਹ ਖੈਰ ਖੁਆਹ ਹੈਗੇ ਆ, ਤੁਹਾਡੇ ਵਾਸਤੇ ਅਸੀਂ ਕੰਮ ਕਰਦੇ ਆ, ਤੁਹਾਡੇ ਹੀ ਵਾਸਤੇ ਅਸੀਂ ਤੁਹਾਡੀ ਨੁਮਾਇੰਦਗੀ ਜਿਹੜੀ ਆ ਉਹ ਕਰਦੇ ਹੈਗੇ ਆ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਇਹ ਗੱਲਬਾਤ ਕੀਤੀ ਸੀ ਕਿ ਯਾਦਾਸ਼ਤ ਸਾਨੂੰ ਕਿੰਨੀ ਇਹ ਲੋਕ ਜਿਹੜੀ ਉਹ ਚੈੱਕ ਕਰਦੇ ਹੈਗੇ ਨੇ ਤੇ ਅਸੀਂ ਕਿਵੇਂ ਇਹਨਾਂ ਦੇ ਵਿੱਚ ਫਸਦੇ ਹੈਗੇ ਆ। ਹੁਣ ਮਕਸਦ ਜਿਹੜਾ ਅਸੀਂ ਉਸ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਅੱਗੇ ਤੋਰਦੇ ਆ ਕਿ ਜਿੰਨੀ ਦੇਰ ਤੱਕ ਅਸੀਂ ਇਸ ਸਾਰੇ ਹੀ ਸਟਰਕਚਰ ਨੂੰ, ਇਸ ਪੋਲੀਟੀਕਲ, ਇਸ ਰਾਜਨੀਤਿਕ ਢਾਂਚੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਨਹੀਂ ਲੈਂਦੇ, ਸਾਡਾ ਕੁਝ ਵੀ ਹੱਲ ਹੋਣ ਵਾਲਾ ਨਹੀਂ ਹੈ। ਇਹਨਾਂ ਚੋਂ ਜੇ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਹ ਵਾਅਦੇ ਕੀਤੇ ਸੀ ਤੇ ਤੁਸੀਂ ਇਹ ਸਾਡੇ ਜਿਹੜੇ ਵਾਅਦੇ ਨੇ ਇਹ ਪੂਰੇ ਨਹੀਂ ਕੀਤੇ ਹੈਗੇ, ਸੋ ਉਹਨਾਂ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ। ਅਸੀਂ ਇਹਨਾਂ ਨੂੰ ਬਹੁਤ ਕੁਝ ਬੋਲਦੇ ਹਾਂ ਜਾਂ ਬਹੁਤ ਕੁਝ ਉਹ ਕਰਦੇ ਹਾਂ, ਉਹ ਆਪਣੇ ਮੁਤਾਬਕ ਆਪਣਾ ਜਿਹੜਾ ਸਮਾਂ ਟਪਾ ਕੇ ਜਾਂ ਗੋਲਮੋਲ ਗੱਲਬਾਤਾਂ ਕਰਕੇ ਜਿਹੜੀਆਂ ਨੇ ਉਹ ਅੱਗੇ ਚੱਲਦੇ ਜਿਹੜੇ ਨੇ ਉਹ ਬਣਦੇ ਹੈਗੇ ਨੇ। ਤੇ ਜੇ ਧਿਆਨ ਦੇ ਨਾਲ ਦੇਖਿਆ ਜਾਵੇ, ਜਿਹੜੇ ਇਹ ਨਾਰਮਲ ਜੇ ਵਾਅਦੇ ਸਾਡੇ ਨਾਲ ਕਰਕੇ ਵੋਟਾਂ ਹਥਿਆਉਂਦੇ ਨੇ ਉਹ ਵੀ ਇਹ ਪੂਰੇ ਨਹੀਂ ਕਰਦੇ ਤੇ ਅਸਲੀਅਤ ਜਿਹੜੀ ਹੈਗੀ ਆ ਉਹਦੇ ਵੱਲ ਤੇ ਕਿਸੇ ਦਾ ਖਿਆਲ ਹੀ ਨਹੀਂ ਹੈਗਾ। ਉਹਦੇ ਵੱਲ ਤੇ ਇਹ ਜਿਹੜਾ ਹੈ ਉਹ ਦੁਨੀਆ ਨੂੰ ਨਾ ਲਿਜਾ ਰਹੇ ਨੇ, ਨਾ ਹੀ ਆਪਣੀ ਅਸਲੀ ਰਾਜਨੀਤੀ ਜਿਹੜੀ ਹੈਗੀ ਆ ਉਹ ਕਰਦੇ ਪਏ ਨੇ। ਕਿਉਂਕਿ ਅਸੀਂ ਧਿਆਨ ਨਾਲ ਦੇਖੀਏ ਕਿ ਅਸਲੀਅਤ ਤੌਰ ਦੇ ਉੱਤੇ ਜਿੰਨੀਆਂ ਵੀ ਇਹ ਸਮੱਸਿਆਵਾਂ ਇਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ, ਜਾਂ ਪੰਜਾਬ ਜਿਹੜੀ ਅੱਜ ਸਥਿਤੀ ਦੇ ਉੱਤੇ ਪਹੁੰਚ ਚੁੱਕਿਆ ਹੈਗਾ, ਤੇ ਜਿਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਇਕਨੋਮਿਕਲ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਆਪਣੇ ਜਿਹੜੇ ਰਿਸੋਰਸਸ ਸੀ ਉਸ ਦੇ ਤੌਰ ਦੇ ਉੱਤੇ ਹਰ ਪੱਖ ਤੋਂ ਪੰਜਾਬ ਜਿਹੜਾ ਹੈ ਉਹ ਪਿੱਛੇ ਗਿਆ ਤੇ ਪੰਜਾਬ ਦਾ ਜਿਹੜਾ ਸਾਰਾ ਸਟਰਕਚਰ ਚੇਂਜ ਹੋਇਆ। ਸਮਾਜਿਕ ਤੌਰ ਦੇ ਉੱਤੇ ਵੀ ਸਾਡਾ, ਇਕਨੋਮਿਕਲ ਤੌਰ ਦੇ ਉੱਤੇ ਵੀ ਅਸੀਂ ਬਿਹਾਈਂਡ ਚਲੇ ਗਏ। ਆਪਣਾ ਜਿਹੜੀ ਸਾਡੀ ਜਿੱਥੋਂ ਮਤਲਬ ਕਿ ਸਾਡਾ ਸਾਰਾ ਕੁਝ ਹੋਂਦ ਬਣਦੀ ਆ, ਸਾਡਾ ਜਿਹੜਾ ਖਿੱਤਾ ਉਸ ਦੀ ਆਪਾਂ ਰੂਪ ਰੇਖਾ ਕਿਵੇਂ ਵਿਗਾੜ ਲਈ, ਉਹਦੇ ਧਰਤੀ ਹੇਠਲੇ ਪਾਣੀ ਦਾ ਕੀ ਹਾਲ ਕਰ ਲਿਆ, ਉਹਦੇ ਵਿੱਚ ਜਿਹੜੀ ਜਿਸ ਤਰ੍ਹਾਂ ਦੀ ਇੰਡਸਟਰੀ ਸਾਨੂੰ ਚਾਹੀਦੀ ਸੀ ਉਹ ਇੰਡਸਟਰੀ ਦਾ ਨਾ ਹੋਣਾ, ਜਾਂ ਬਾਕੀ ਸਾਰਾ ਕੁਝ ਜਿਹੜਾ ਐਗਰੀਕਲਚਰ ਦੇ ਨਾਲ ਸੰਬੰਧਿਤ ਆ, ਜਿਹੜਾ ਇਸ ਟਾਈਮ ਦੇ ਉੱਤੇ ਇੱਕ ਵੱਡਾ ਸਾਡੇ ਅੱਗੇ ਆਣ ਕੇ ਸਵਾਲੀਆ ਨਿਸ਼ਾਨ ਜਿਹੜਾ ਉਹ ਖੜਾ ਹੋ ਰਿਹਾ ਹੈਗਾ। ਉਹਦੇ ਵਾਸਤੇ ਕਿਸੇ ਇੱਕ ਵੀ ਪਾਰਟੀ ਨੇ ਸਹੀ ਤਰੀਕੇ ਦੇ ਨਾਲ ਦਿਸ਼ਾ ਨਿਰਦੇਸ਼ ਜਿਹੜਾ ਹੈ ਉਹ ਨਾ ਫੜਿਆ ਤੇ ਨਾ ਹੀ ਲੋਕਾਂ ਨਾਲ ਉਸ ਦੀ ਚੀਜ਼ ਦੇ ਉੱਤੇ ਆਣ ਕੇ ਇਹ ਖੜੇ ਹੋਏ ਨੇ। ਅੱਜ ਇਹ ਕੀ ਗੱਲ ਕਰਦੇ ਪਏ ਨੇ ਕਿ ਜੇ ਵੱਧ ਤੋਂ ਵੱਧ ਕੋਈ ਪੋਲੀਟੀਕਲ ਬੰਦਾ ਇਹ ਗੱਲ ਕਰਦਾ ਕਿ ਜੀ 3 ਬਿੱਲ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ, ਤੇ ਕਿਸੇ ਵੀ ਇੱਕ ਪੋਲੀਟੀਕਲ ਪਾਰਟੀ ਨੇ ਇਹ ਨਹੀਂ ਗੱਲ ਕੀਤੀ ਕਿ ਜਿਹੜੇ ਇਹ 3 ਬਿੱਲ ਨੇ ਉਹ ਤੇ ਚਲੋ ਰੱਦ ਹੋਣੇ ਚਾਹੀਦੇ ਨੇ। ਤੇ ਇਹ ਜਿਹੜੇ ਬਿੱਲ ਸੀ, ਇਹ ਜਿਹੜੇ 3 ਬਿੱਲ ਜਾਂ ਇਹ ਜਿਹੜੇ 3 ਕਾਨੂੰਨ ਬਣੇ ਨੇ, ਜਾਂ ਇਹ ਬਾਕੀ ਸਾਰਾ ਕੁਝ ਕੇਂਦਰ ਸਰਕਾਰ ਸੈਂਟਰਲਾਈਜ਼ ਕਰ ਰਹੀ ਹੈਗੀ ਆ, ਇਹ ਕਿਸੇ ਵੀ ਇੱਕ ਪਾਰਟੀ ਜਾਂ ਇੱਕ ਪੋਲੀਟੀਕਲ ਬੰਦੇ ਨੇ ਖੜੇ ਹੋ ਕੇ ਬਾਂਹ ਚੁੱਕ ਕੇ ਇਹ ਗੱਲ ਨਹੀਂ ਕਹੀ ਹੈਗੀ ਕਿ ਭਾਈ ਇਹ ਕਾਨੂੰਨ ਬਣਾਉਣ ਦਾ ਤੁਹਾਨੂੰ ਹੱਕ ਹੀ ਨਹੀਂ ਹੈਗਾ। ਕਿਸੇ ਇੱਕ ਰਾਜਨੀਤਿਕ ਬੰਦੇ ਨੇ ਇਹ ਗੱਲ ਕਹੀ ਆ? ਕਿਸੇ ਇੱਕ ਨੇ ਕਹੀ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਗੱਲ ਜਿਹੜੀ ਹੈਗੀ ਆ ਫਲਾਣੇ ਪੋਲੀਟੀਕਲ ਬੰਦੇ ਨੇ ਜਿਹੜੀ ਹੈ ਉਹ ਕੀਤੀ ਆ, ਚਾਹੇ ਉਹ ਕੋਈ ਬਹੁਤ ਵੱਡਾ ਰਾਜਨੀਤਿਕ ਨੇਤਾ ਹੋਵੇ ਜਾਂ ਉਹ ਕਿਸੇ ਕੋਈ
ਧਾਰਮਿਕ ਤੌਰ ਦੇ ਉੱਤੇ ਜਿਹੜਾ ਹੈ ਉਹ ਨੇਤਾਗਿਰੀ ਕਰਦਾ ਹੋਵੇ, ਜਾਂ ਸਾਰੇ ਇਸ ਪੋਲੀਟੀਕਲ ਸਟਰਕਚਰ ਨੂੰ ਜਿਹੜੇ ਐਨਾਲਿਸਟ ਸਮਝਦੇ ਨੇ ਆਪਣੇ ਆਪ ਨੂੰ, ਜਿਹੜੇ ਐਨਾਲਾਈਜ਼ ਕਹਿੰਦੇ ਨੇ ਕਿ ਅਸੀਂ ਹਰ ਮੁੱਦੇ ਨੂੰ ਐਨਾਲਾਈਜ਼ ਕਰਦੇ ਹਾਂ, ਪੋਲੀਟੀਕਲ ਐਨਾਲਿਸਟ ਬੈਠੇ ਹੋਏ ਨੇ, ਸੋ ਕਾਲਡ ਬੁੱਧੀਜੀਵੀ ਬੈਠੇ ਹੋਏ ਨੇ, ਹੋਰ ਬੜੇ ਐਕਟਿਵਿਸਟ ਆਪਣੇ ਆਪ ਨੂੰ ਸਮਝਦੇ ਨੇ, ਉਹ ਇਹ ਗੱਲ ਜਿਹੜੀ ਆ ਉਹ ਬਾਰ-ਬਾਰ ਕਿਉਂ ਨਹੀਂ ਉਠਾਉਂਦੇ ਕਿ ਭਾਈ ਤੁਹਾਨੂੰ ਤਾਂ ਇਹ ਰਾਈਟ ਹੀ ਨਹੀਂ ਹੈਗਾ, ਇਹ ਸਾਰਾ ਕੁਝ ਇੱਕੋ ਚੀਜ਼ ਦੇ ਵਿੱਚ ਹੀ ਖਤਮ ਹੋਣ ਵਾਲਾ, ਸਾਰਾ ਕੁਝ ਇੱਕੋ ਚੀਜ਼, ਉਹ ਸਾਰਾ ਕੁਝ ਜੋ ਇਸ ਟਾਈਮ ਦੇ ਉੱਤੇ ਸਾਡੇ ਸਾਹਮਣੇ ਆ ਰਿਹਾ ਹੈਗਾ, ਇਹ ਸਾਰਾ ਕੁਝ ਹੀ ਜਿਹੜਾ ਹੈ ਉਹ ਖੇਰੂ ਖੇਰੂ ਹੋ ਜਾਏਗਾ ਜੇ ਅੱਜ ਅਸੀਂ ਅਸਲੀਅਤ ਨੂੰ ਪਹਿਚਾਨ ਲਈਏ। ਜਦੋਂ ਇਹ ਲੋਕਾਂ ਨੇ ਹੱਥ ਵੱਢ ਕੇ ਆਪਣੇ ਦੇ ਦਿੱਤੇ, ਕੀ ਉਹ ਅਕਾਲੀ ਦਲ, ਕੀ ਉਹ ਕਾਂਗਰਸ, ਤੇ ਕੀ ਆ ਤੀਜੇ ਜਿਹੜੀ ਹੁਣ ਆਮ ਆਦਮੀ ਪਾਰਟੀ ਵਾਲੇ ਤੁਰੇ ਫਿਰਦੇ ਨੇ, ਜਿਨ੍ਹਾਂ ਤੇ ਲੋਕਾਂ ਨੂੰ ਬਹੁਤ ਵੱਡਾ ਮਾਣ ਆ, ਤੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਜੀ ਬੜੀ ਇਮਾਨਦਾਰਾਂ ਦੀ ਪਾਰਟੀ ਆ, ਕਿਸੇ ਦਿਨ ਚਿੱਠੇ ਖੋਲਾਂਗੇ ਇਹਨਾਂ ਦੇ ਵੀ, ਇਹ ਵੀ ਉਸੇ ਹੀ ਤਰ੍ਹਾਂ ਦੇ ਨੇ ਜਿੱਦਾਂ ਦੇ ਬਾਕੀ ਪੋਲੀਟੀਕਲ ਪਾਰਟੀਆਂ ਨੇ। ਨਾ ਕਾਂਗਰਸ ਨਾਲੋਂ ਇਹਨਾਂ ਦਾ ਕੋਈ ਵਾਕਿਆ, ਨਾ ਇਹ ਅਕਾਲੀ ਦਲ ਨਾਲੋਂ ਕੋਈ ਅਲੱਗ ਨੇ, ਨਾ ਇਹ ਬੀਜੇਪੀ ਤੋਂ ਕੋਈ ਅਲੱਗ ਨੇ, ਬਲਕਿ ਬੀਜੇਪੀ ਦੀ ਤਾਂ ਹੁਣ ਇਹ ਬਹੁਤ ਇਹਨਾਂ ਦੀ ਪਹਿਲਾਂ ਤੋਂ ਹੀ ਵੈਸੇ ਹੈ, ਅਸੀਂ ਤਾਂ ਸ਼ੁਰੂ ਤੋਂ ਹੀ ਜਦੋਂ ਇਹ ਬਣੇ ਸੀ ਹਲੇ ਪਾਰਟੀ, ਉਦੋਂ ਹੀ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਬੀਜੇਪੀ ਦੀ ਹੀ ਪਾਰਟੀ ਹੈਗੀ ਆ। ਸੋ ਅੱਜ ਬੀਜੇਪੀ ਦਾ ਗ੍ਰਾਫ ਅਗਰ ਗਿਰਿਆ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਫਿਕਰ ਫਾਕਾ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਥਾਪੜਾ ਜਿਹੜਾ ਉਹ ਇਹਨਾਂ ਨੂੰ ਦਿੱਤਾ ਹੋਇਆ ਆਰਾਮ ਨਾਲ ਵੀ ਭਾਈ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਅਸੀਂ ਰਾਜ ਜਿਹੜਾ ਹੈ ਉਹ ਕਰਾਂਗੇ, ਤੇ ਸਾਡੀਆਂ ਵੀ ਵੋਟਾਂ ਜਿਹੜੀਆਂ ਨੇ ਉਹ ਤੁਹਾਡੇ 'ਚ ਹੀ ਟਰਾਂਸਫਰ ਹੋਣਗੀਆਂ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਅਸੀਂ ਸਮਝਦੇ ਕਿਵੇਂ ਆ, ਮੈਂ ਉਸ ਸਾਈਡ ਨੂੰ ਹੱਲੇ ਨਹੀਂ ਜਾਵਾਂਗਾ। ਮੇਰਾ ਕਹਿਣ ਦਾ ਭਾਵ ਇਹ ਹੈਗਾ ਕਿ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਕਿਸੇ ਇੱਕ ਪਾਰਟੀ ਦੇ ਬੰਦੇ ਨੇ ਇਹ ਗੱਲ ਕਹੀ, ਜਿਹੜੀ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਪਿਆ ਕਿ ਭਾਈ ਤੁਸੀਂ ਇਹ ਕਾਨੂੰਨ ਹੀ ਬਣਾ ਹੀ ਨਹੀਂ ਸਕਦੇ ਹੈਗੇ, ਇਹ ਤਾਂ ਰਾਜਾਂ ਦੇ ਅਧਿਕਾਰ ਹੈਗੇ ਆ, ਇਹ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਆ ਉਹਦੇ ਕੋਲ ਹੈ। ਪਰ ਸਾਡੀ ਰਾਜ ਸਰਕਾਰ ਨੇ ਤਾਂ ਜਿੰਨੀਆਂ ਵੀ ਰਾਜ ਸਰਕਾਰਾਂ ਆਈਆਂ, ਇਹਨਾਂ ਨੇ ਤੇ ਆਪਣੇ ਹੱਥ ਵੱਢ ਕੇ ਉਹਨਾਂ ਨੂੰ ਜਿਹੜੇ ਨੇ ਇਹ ਲੋਕ ਉਸ ਕਾਨੂੰਨ ਬਣਾਉਣ ਦੇ ਵਿੱਚ ਇਨਵੋਲਵ ਨੇ। ਕਿ ਬਾਦਲ ਫੈਮਿਲੀ ਜਿਹੜੀ ਆ ਉਹ ਬਣਦਿਆਂ ਸਾਰ ਇਹ ਕਾਨੂੰਨਾਂ ਦੇ ਉੱਤੇ ਜਿਹੜਾ ਹੈ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਭੁਗਤਦੀ ਰਹੀ? ਕਿ ਕੈਪਟਨ ਅਮਰਿੰਦਰ ਸਿੰਘ ਇਹ ਹੱਕ ਦੇ ਵਿੱਚ ਨਹੀਂ ਭੁਗਤਦਾ ਰਿਹਾ? ਤੇ ਕੀ ਕੇਜਰੀਵਾਲ ਸੈਂਟਰ ਦੇ ਵਿੱਚ ਬੈਠਾ ਉੱਥੇ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਉਹਨੇ ਉੱਥੇ ਕਾਨੂੰਨ ਜਿਹੜੇ ਨੇ ਉਹ ਲਾਗੂ ਨਹੀਂ ਕੀਤੇ ਹੈਗੇ? ਕਦੀ ਤੁਸੀਂ RTI ਪਾ ਕੇ ਇਹ ਚੀਜ਼ਾਂ ਕਢਵਾ ਕੇ ਤਾਂ ਵੇਖੋ, ਤੁਹਾਡੇ ਅੱਗੇ ਸਾਰਾ ਕੁਝ ਆ ਜਾਏਗਾ। ਕਈ ਇੱਕ ਵੀਰ ਮੈਨੂੰ ਕਹਿੰਦਾ ਸੀ ਜੀ RTI ਦੇ ਤੁਸੀਂ ਦੇ ਦਿਓ ਸਾਨੂੰ, ਉਹ ਭਾਈ ਅਸੀਂ ਤਾਂ ਦੇ ਦਾਂਗੇ, ਲੇਕਿਨ ਅਸੀਂ ਤਾਂ ਆਪਣੇ ਤੌਰ ਦੇ ਉੱਤੇ ਮੰਗਵਾਈਆਂ, ਤੁਹਾਡੇ ਵੀ ਉੱਥੇ ਸੈੱਲ ਬੈਠੇ ਹੋਣਗੇ ਇੰਡੀਆ ਦੇ ਵਿੱਚ, 10 ਰੁਪਏ ਲੱਗਦੇ ਨੇ, ਤੁਸੀਂ ਜਿਹੜਾ RTI ਰਾਹੀਂ ਜਿਹੜਾ ਮੰਗਵਾ ਕੇ ਤਾਂ ਵੇਖੋ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਤੁਹਾਨੂੰ ਸਾਰੇ ਇਮਾਨਦਾਰ ਤੇ ਜਿਹੜੇ ਬਾਕੀ ਜਿਹੜੇ ਨੇ ਲੁਟੇਰੇ ਨੇ ਉਹ ਸਾਰੇ ਤੁਹਾਨੂੰ ਇੱਕੋ ਲਾਈਨ 'ਚ ਦਿਖਣਗੇ, ਇੱਕੋ ਜਗ੍ਹਾ ਦੇ ਉੱਤੇ ਦਿਖਣਗੇ, ਇੱਕੋ ਹੀ ਤਰ੍ਹਾਂ ਦੇ ਦਿਖਣਗੇ। ਫਿਰ ਤੁਹਾਡੀਆਂ ਜਿਹੜੀਆਂ ਨੇ ਉਹ ਅੱਖਾਂ ਖੁੱਲ ਜਾਣਗੀਆਂ ਵੀ ਭਾਈ ਅਸੀਂ ਹੁਣ ਤੱਕ ਇਹ ਇਮਾਨਦਾਰੀ ਦਾ ਪੈਰਾਮੀਟਰ ਹੀ ਨਹੀਂ ਸੈੱਟ ਕਰ ਪਾ ਰਹੇ ਹਲੇ ਤੱਕ ਕਿ ਕਿਹੜਾ ਇਮਾਨਦਾਰ ਹੈ ਤੇ ਕਿਹੜਾ ਬੇਈਮਾਨ ਹੈਗਾ। ਸੋ ਇਹ ਜਿੰਨੇ ਵੀ ਇਸ ਟਾਈਮ ਦੇ ਉੱਤੇ ਦਿਖਦੇ ਨੇ, ਇਹ ਸਭ ਬੇਈਮਾਨ ਨੇ। ਸੋ ਇਹਨਾਂ ਨੇ ਬੇਈਮਾਨੀ ਜਿਹੜੀ ਆ ਉਹ ਕੱਲੀ ਲੋਕਾਂ ਨਾਲ ਨਹੀਂ, ਖਿੱਤੇ ਦੇ ਨਾਲ ਵੀ, ਹਰ ਪੱਖ ਦੇ ਨਾਲ ਇਹਨਾਂ ਨੇ ਜਿਹੜੀ ਆ ਉਹ ਬੇਈਮਾਨੀ ਕੀਤੀ ਆ ਪਿਛਲੇ 74 ਸਾਲਾਂ ਦੇ ਵਿੱਚ, ਤੇ ਹੁਣ ਵੀ ਲਗਾਤਾਰ ਉਸ ਬੇਈਮਾਨੀ ਦੇ ਜਾਲ ਦੇ ਵਿੱਚ ਦੁਬਾਰਾ ਜਿਹੜੇ ਲੋਕਾਂ ਨੂੰ ਉਹ ਫਸਾਉਂਦੇ ਚੱਲੇ ਆ ਰਹੇ ਹੈਗੇ ਨੇ। ਜਿਹੜੀ ਮੈਂ ਗੱਲ ਸਟਾਰਟਿੰਗ 'ਚ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਿੱਤੇ ਦੇ ਵਿੱਚ ਰਾਜ ਕਰਨਾ ਸੌਖਾ ਨਹੀਂ ਹੋ ਗਿਆ। ਉਹਦਾ ਕਾਰਨ ਇਹ ਆ ਕਿ ਅਸੀਂ ਲੋਕ ਅਗਰੈਸਿਵ ਤਾਂ ਹੋ ਗਏ, ਅਸੀਂ ਲੋਕ ਰੈਕਟ ਕਰਨਾ ਤਾਂ ਸਿੱਖ ਗਏ, ਪਰ ਅਸੀਂ ਕਿਸ ਗੱਲ ਦੇ ਉੱਤੇ ਰੈਕਟ ਕਰਨਾ ਤੇ ਕਿਸ ਡਾਇਰੈਕਸ਼ਨ 'ਚ ਰੈਕਟ ਕਰਨਾ, ਕਿਹੜੀ ਦਿਸ਼ਾ ਦੇ ਵਿੱਚ ਸਾਨੂੰ ਜਾਣਾ ਚਾਹੀਦਾ, ਉਹ ਅਸੀਂ ਹੱਲੇ ਵੀ ਦਿਸ਼ਾਹੀਣ ਹੈਗੇ ਆ। ਕਿਉਂਕਿ ਅਸੀਂ ਵਿਰੋਧਤਾ ਤਾਂ ਕਰ ਰਹੇ ਹੈਗੇ ਆ, ਅਸੀਂ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਵਿਰੋਧਤਾ ਤਾਂ ਕਰ ਰਹੇ ਆ, ਪਰ ਲੇਕਿਨ ਅਸੀਂ ਉਸ ਵਿਰੋਧਤਾ ਦੇ ਵਿੱਚ ਜਿਹੜਾ ਹੈ ਆਪਣੀ એનર્ਜੀ ਜਿਹੜੀ ਆ ਉਹ ਜ਼ਿਆਦਾ ਵੇਸਟ ਕਰਦੇ ਹੈਗੇ ਆ। ਉਹਦੇ ਵਿੱਚ ਸਾਨੂੰ ਦਿਸ਼ਾ ਨਹੀਂ ਲੱਭ ਰਹੀ ਕਿ ਦਿਸ਼ਾ ਸਾਡੀ ਕੀ ਹੋਣੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਕਿਸੇ ਨਿਸ਼ਾਨੇ ਦੀ ਪੂਰਤੀ ਕਰਨੀ ਆ
ਤਾਂ ਫਿਰ ਤੁਸੀਂ ਉਸ ਢੰਗ ਦਾ ਵਿਰੋਧ ਕਰੋਗੇ ਕਿ ਉਹਨੂੰ ਤੁਸੀਂ ਸਾਈਡ ਕਰੋਗੇ ਤੇ ਤੁਹਾਡੇ ਅੱਗੇ ਆਪਣੀ ਜਿਹੜਾ ਨਿਸ਼ਾਨਾ ਤੁਹਾਡਾ ਉਹ ਪਿਆ ਹੋਵੇਗਾ। ਤੁਹਾਡਾ ਨਿਸ਼ਾਨਾ ਜਾਂ ਸਾਡਾ ਨਿਸ਼ਾਨਾ ਕੀ ਹੋਣਾ ਚਾਹੀਦਾ ਹੈਗਾ? ਸਵਾਲ ਤਾਂ ਇਸ ਜਗ੍ਹਾ ਦੇ ਉੱਤੇ ਆਣ ਕੇ ਖੜਾ ਹੋ ਜਾਂਦਾ ਹੈਗਾ। ਜੇ ਤੁਸੀਂ ਆਪਣਾ ਨਿਸ਼ਾਨਾ ਇਹਨਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੋਗੇ ਜਾਂ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ 'ਚ ਕੋਈ ਫਰਕ ਨਹੀਂ ਪੈਣਾ, ਕਿਉਂਕਿ ਇੱਕ ਹਟਿਆ ਦੂਜਾ ਆ ਗਿਆ, ਦੂਜਾ ਹਟਿਆ ਤੀਜਾ ਆ ਗਿਆ, ਤੇ ਇਹਨਾਂ ਦੇ ਵਿੱਚੋਂ ਤੇ ਫਿਰ ਸਾਨੂੰ ਨਿਸ਼ਾਨਾ ਜਿਹੜਾ ਹੈ ਉਹ ਸਾਡੇ ਨਿਸ਼ਾਨੇ ਦੀ ਪੂਰਤੀ ਹੁੰਦੀ ਨਹੀਂ, ਚਾਹੇ ਉਹ ਕੋਈ ਵੀ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਕਿਸੇ ਨੂੰ ਇਮਾਨਦਾਰ ਕਵੇ ਜਾਂ ਕਿਸੇ ਨੂੰ ਕੋਈ ਬੇਈਮਾਨ ਕਵੇ। ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਹੈਗੀ ਕਿ ਹੈ ਸਾਰੇ ਬੇਈਮਾਨ ਹੀ, ਹੈ ਸਾਰੇ ਇਹ ਧੋਖੇਬਾਜ਼, ਤੇ ਇਹਨਾਂ ਨੇ ਧੋਖਾ ਦੇਣਾ, ਤੇ ਇਹਨਾਂ ਚੋਂ ਨਿਸ਼ਾਨਾ ਜੇ ਤੁਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਫਿਰ ਭੰਬਲ ਭੂਸੇ ਦੇ ਵਿੱਚ ਫਸਾਂਗੇ। ਸੋ ਉਸ ਭੰਬਲ ਭੂਸੇ ਚੋਂ ਸਾਨੂੰ ਬਾਹਰ ਆਉਣ ਵਾਸਤੇ ਸਹੀ ਨਿਸ਼ਾਨੇ ਵੱਲ ਜਾਣ ਦੀ ਜਿਹੜੀ ਆ ਜ਼ਰੂਰਤ ਹੈ। ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਜਿਹੜਾ ਹੈ ਉਹ ਮਿਲਦੇ ਹਾਂ ਤੇ ਅੱਗੇ ਪ੍ਰੋਗਰਾਮ ਦੇ ਅਖੀਰਲੇ ਜਿਹੜੇ ਭਾਗ ਦੇ ਵਿੱਚ ਆਪਾਂ ਅੱਗੇ ਗੱਲਬਾਤ ਇਸ ਦੇ ਵਿੱਚ ਕਰਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਹਾਨੂੰ ਵਧੀਆ ਘਰ ਦਿਵਾਉਣਗੇ, ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों ਨੂੰ ਸਤਿ ਸ਼੍ਰੀ ਅਕਾਲ। ਮੈਂ ਕਵਿਨ ਗੁਰਬਾਲ ਲੈ ਕੇ ਆ ਰਹੀ ਹਾਂ ਪ੍ਰੋਗਰਾਮ ਮਸਤੀ ਵਿਦ ਕਿਡਸ। ਅਗਰ ਤੁਹਾਡੀ ਏਜ 5 to 14 ਹੈ ਫਿਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ contact tv16toronto@gmail.com ਜਾਂ ਟੈਕਸਟ ਮੈਸੇਜ और WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਅਖੀਰਲੇ ਆਪਾਂ ਪੜਾਅ ਦੇ ਵਿੱਚ ਪਹੁੰਚ ਗਏ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਸਾਡਾ ਸਹੀ ਨਿਸ਼ਾਨਾ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ। ਨਿਸ਼ਾਨੇ ਦੀ ਪੂਰਤੀ ਜਿਹੜੀ ਆ ਉਹ ਤਾਂ ਹੋ ਸਕਦੀ ਹੈ ਕਿ ਅਸੀਂ ਆਪਣਾ ਨਿਸ਼ਾਨਾ ਜਿਹੜਾ ਹੈ ਉਹ ਸਹੀ ਦਿਸ਼ਾ ਵੱਲ ਜਿਹੜਾ ਲੈ ਕੇ ਜਾਈਏ। ਸੋ ਅਸੀਂ ਇਹਨਾਂ ਚੋਂ ਅਗਰ ਇਸ ਪੋਲੀਟੀਕਲ ਸਟਰਕਚਰ ਚੋਂ ਜਾਂ ਇਹਨਾਂ ਰਾਜਨੀਤਿਕ ਪਾਰਟੀਆਂ ਚੋਂ ਆਪਣਾ ਕੋਈ ਭਵਿੱਖ ਜਾਂ ਆਪਣੀ ਕੋਈ ਜਿਹੜੀ ਹੈ ਆਪਣਾ ਚੰਗੇ ਆਉਣ ਵਾਲੇ ਦਿਨਾਂ ਦੀ ਕੋਈ ਉਮੀਦ ਕਰਦੇ ਹਾਂ ਤਾਂ ਸ਼ਾਇਦ ਇਹ ਭੁਲੇਖਾ ਸਾਨੂੰ ਕੱਢ ਦੇਣਾ ਚਾਹੀਦਾ ਹੈਗਾ। ਕਿਉਂਕਿ ਜਿਹੜੇ ਲੋਕ ਸਾਨੂੰ ਅਸਲੀਅਤ ਤੋਂ ਹੀ ਕੋਹਾਂ ਦੂਰ ਰੱਖਦੇ ਨੇ ਉਹ ਸਾਨੂੰ ਜਿਹੜਾ ਹੈ ਉਹ ਸਾਡੇ ਚੰਗੇ ਭਵਿੱਖ ਦੀ ਵੱਲ ਕਿਵੇਂ ਲਿਜਾ ਸਕਦੇ ਆ। ਸਵਾਲ ਤਾਂ ਇੱਥੇ ਖੜਾ ਹੋ ਗਿਆ ਆ ਕੇ। ਸੋ ਇਹਨਾਂ ਲੋਕਾਂ ਨੇ ਆਪਣੇ ਹੱਥ ਜਿਹੜੇ ਨੇ ਉਹ ਬਿਲਕੁਲ ਵੱਢ ਕੇ ਦਿੱਤੇ ਹੋਏ ਨੇ ਤੇ ਪੂਰੀ ਤਰ੍ਹਾਂ ਦੇ ਨਾਲ ਇਹ ਆਪਣੇ ਆਪ ਨੂੰ ਸਾਰਾ ਕੁਝ ਵਿਕੇ ਹੋਏ ਨੇ, ਵੇਚੇ ਹੋਇਆ ਇਹਨਾਂ ਨੇ ਆਪਣੇ ਆਪ ਨੂੰ। ਤੇ ਤੁਹਾਨੂੰ ਵੀ ਜਾਣੇ ਅਣਜਾਣੇ ਦੇ ਵਿੱਚ 3 ਕਰੋੜ ਦੇ ਕਰੀਬ ਪੰਜਾਬ ਦੇ ਵਸਨੀਕਾਂ ਨੂੰ ਵੀ ਇਹ ਜਿਹੜਾ ਹੈ ਉਹ ਵੇਚ ਦਿੰਦੇ ਨੇ। ਜਿਹੜਾ ਵੀ ਕੋਈ ਇਸ ਗੱਦੀ ਦੇ ਉੱਤੇ ਆ ਕੇ ਅੱਜ ਤੱਕ ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਬੈਠਾ, ਜਿੰਨੇ ਵੀ ਹੁਣ ਤੱਕ ਦੇ ਚੀਫ ਮਿਨਿਸਟਰ ਨੇ ਜਿਹੜੇ ਜਾ ਕੇ ਦਿੱਲੀ ਦੀਆਂ ਚੱਪਲਾਂ ਦੇ ਵਿੱਚ, ਉਸ ਸਟੇਟ ਦੀਆਂ ਚੱਪਲਾਂ ਦੇ ਵਿੱਚ ਜਾ ਕੇ ਬਹਿੰਦੇ ਨੇ, ਇਹਨਾਂ ਦੇ ਕਿਰਦਾਰਾਂ ਦੇ ਉੱਤੇ ਨਜ਼ਰ ਮਾਰ ਕੇ ਦੇਖੋ ਤੇ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਸਭ ਕੁਝ ਬਿਆਨ ਕਰ ਦੇਣਗੀਆਂ। ਤੁਹਾਡਾ ਦਿਮਾਗ ਖੁੱਲ ਜਾਏਗਾ ਤੇ ਤੁਸੀਂ ਇਹ ਚੀਜ਼ ਮਹਿਸੂਸ ਕਰਨੀ ਸ਼ੁਰੂ ਕਰ ਦੋਗੇ ਕਿ ਕੀ ਅਸੀਂ ਅੱਜ ਤੱਕ ਭਟਕੇ ਜਿਹੜੇ ਹੋ ਰਹੇ ਹਾਂ। ਸਮੇਂ ਅਨੁਸਾਰ ਕੁਝ ਸਮਾਂ ਐਸਾ ਆਇਆ ਜਿਹਦੇ ਦੌਰਾਨ ਅਸੀਂ ਦਿਸ਼ਾ ਵੱਲ ਵਧਣਾ ਸ਼ੁਰੂ ਕੀਤਾ ਤੇ ਜਦ ਵੀ ਪੰਜਾਬ ਨੇ ਆਪਣੇ ਹੱਕ ਹਕੂਕ ਜਾਂ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਹੱਕ ਲੈਣ ਦੀ ਕੋਸ਼ਿਸ਼ ਕੀਤੀ,
ਉਦੋਂ ਹੀ ਪੰਜਾਬ ਤੇ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਤੇ ਉਹਨਾਂ ਨੂੰ ਕਈ ਕੁਝ ਕਰਦਾਨਿਆ ਗਿਆ ਤੇ ਉਸ ਦਾ ਟੈਗ ਉਹ ਸਟੇਟ ਜਿਹੜੀ ਆ ਉਹ ਲਗਾਤਾਰ ਲਾਉਂਦੀ ਆ ਰਹੀ ਆ ਤੇ ਇਹ ਲੱਗਾ ਹੀ ਰਹਿਣਾ। ਚਾਹੇ ਲੱਖ ਤੁਸੀਂ ਇਹਨਾਂ ਦੀ ਜੈ ਹਿੰਦ ਕਰ ਲਿਓ, ਚਾਹੇ ਲੱਖ ਇਹਨਾਂ ਦੇ ਜਿਹੜੇ ਨੇ ਉਹ ਜਨਗਣ ਮਨ ਬੋਲ ਲਿਓ, ਚਾਹੇ ਲੱਖ ਤੁਸੀਂ ਇਹਨਾਂ ਦੇ ਝੰਡੇ ਚੁੱਕ ਕੇ ਝੰਡਾ ਬਰਦਾਰ ਬਣਨ ਦੀ ਕੋਸ਼ਿਸ਼ ਕਰ ਲਿਓ, ਇਹ ਤੁਹਾਡਾ ਕੁਝ ਵੀ ਸਵਾਰਨ ਵਾਲੇ ਨਹੀਂ। ਇੱਕ ਗੱਲ ਸਾਨੂੰ ਪੰਜਾਬੀਆਂ ਨੂੰ ਤੇ ਪੱਲੇ ਸਿੱਖਾਂ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈਗੀ ਆ। ਸੋ ਜਦ ਵੀ ਤੁਸੀਂ, ਇੱਕ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਰੀਸੈਂਟ ਜਿਹੜੀ ਹੋਈ ਹੈਗੀ ਆ, ਮੈਨੂੰ ਉਹਨਾਂ ਬੰਦਿਆਂ ਦੇ ਨਾਲ ਵਿਚਾਰਕ ਮਤਭੇਦ ਨੇ, ਮੈਂ ਵਿਚਾਰਕ ਤੌਰ ਦੇ ਵਿਚਾਰਧਾਰਾ ਦੇ ਤੌਰ ਤੇ ਉਹਨਾਂ ਨਾਲ ਮੇਰਾ ਜਿਹੜਾ ਹੈ ਉਹ ਦੂਰ ਦਾ ਕੋਈ ਜਿਹੜਾ ਹੈ ਲਾਗਾ ਤੇਗਾ ਨਹੀਂ ਹੈ, ਲੇਕਿਨ ਮੈਂ ਗੱਲ ਸਿਰਫ ਇਸ ਕਰਕੇ ਕਰਨ ਲੱਗਿਆ ਕਿ ਉਹ ਵੀ ਬੰਦੇ ਜਿਹੜੇ ਨੇ, ਜਦ ਉਹ ਬੰਦੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਇਹਨਾਂ ਵਰਗੇ ਹੀ ਆ ਜਾਂ ਇਹਨਾਂ ਦੇ ਨਾਲ ਅਸੀਂ ਚੱਲ ਸਕਦੇ ਹਾਂ ਜਾਂ ਇਸ ਪੋਲੀਟੀਕਲ ਸਿਸਟਮ ਨੂੰ ਜਾਂ ਇਸ ਸੰਵਿਧਾਨ ਨੂੰ ਜਾਂ ਇਸ ਸਟਰਕਚਰ ਨੂੰ ਬੜੇ ਪ੍ਰਣਾਏ ਹੋਏ ਆ, ਉਹ ਲੋਕਾਂ ਦੇ ਹਾਲਾਤ ਤੁਹਾਨੂੰ ਮੈਂ ਉਹ ਬਿਆਨ ਕਰਨ ਲੱਗਿਆ। ਨਵਜੋਤ ਸਿੱਧੂ ਨੇ 4 ਬੰਦੇ ਆਪਣੇ ਜਿਹੜੇ ਨੇ ਉਹ ਸਲਾਹਕਾਰ ਲਾਏ, 4 ਬੰਦਿਆਂ ਚੋਂ ਇੱਕ ਪਹਿਲਾਂ ਜਵਾਬ ਦੇ ਗਿਆ, ਇੱਕ ਫਿਰ ਬਾਅਦ ਵਿੱਚ ਜਿਹੜਾ ਉਹ ਜਵਾਬ ਦੇ ਗਿਆ, ਇੱਕ ਤੀਜਾ ਇਹਨੇ ਕੋ ਆਪਣੇ ਆਪ ਨੂੰ ਤਾਂ ਪੋਲੀਟੀਕਲ ਐਨਾਲਿਸਟ ਕਹਿੰਦਾ ਹੈਗਾ, ਉਹਨੇ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਤੇ ਕਿਵੇਂ ਉਹਨਾਂ ਦਾ ਜਿਹੜਾ ਸੈਂਟਰ ਜਿਹੜਾ ਹੈਗਾ, ਚਾਹੇ ਉਹ ਪਾਵਰ 'ਚ ਨਹੀਂ ਹੈ, ਕਿਵੇਂ ਉਹਨਾਂ ਦੀ ਜਿਹੜੀ ਕਲਾਸ ਆ ਉਹ ਤੜਫੀ ਆ ਇੱਕਦਮ ਕਿ ਉਹਨੇ ਸਿਰਫ ਇੱਕ ਸਟੇਟਮੈਂਟ ਦਿੱਤੀ ਕਿ ਕਸ਼ਮੀਰ ਤੇ ਕਸ਼ਮੀਰੀਆਂ ਦਾ ਹੈ ਜਾਂ ਪਾਕਿਸਤਾਨ ਨਾਲ ਸਾਡੇ ਕਿਹੋ ਜਿਹੇ ਸੰਬੰਧ ਹੋਣੇ ਚਾਹੀਦੇ ਨੇ। ਨਿੱਜੀ ਤੌਰ ਦੇ ਉੱਤੇ ਵਿਚਾਰਕ ਮਤਭੇਦ ਜਿਹੜੇ ਨੇ ਉਹ ਹੋ ਸਕਦੇ ਨੇ, ਜਿਹੜਾ ਕੋਈ ਜਿਸ ਟਾਈਮ ਦੇ ਉੱਤੇ ਜਿਸ ਬੰਦੇ ਨੇ ਕੋਈ ਸਹੀ ਗੱਲ ਕੀਤੀ ਆ ਉਹਨੂੰ ਸਹੀ ਕਹਿ ਵੀ ਦੇਣਾ ਚਾਹੀਦਾ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਕਿਵੇਂ ਉਸ ਨੂੰ ਜਿਹੜਾ ਹੈ ਉਸੇ ਵੇਲੇ ਹਾਈ ਕਮਾਂਡ ਇਹ ਉਸੇ ਵੇਲੇ ਸਟੇਟਮੈਂਟ ਜਾਰੀ ਕਰਦੀ ਆ ਤੇ ਸਿੱਧੂ ਨੂੰ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਤੂੰ ਆਪਣੇ ਜਿਹੜੇ ਨੇ ਇਹ ਸਲਾਹਕਾਰ ਨੇ ਇਹਨਾਂ ਨੂੰ ਤੂੰ ਬਰਖਾਸਤ ਕਰ ਦੇ, ਇਹਨਾਂ ਨੂੰ ਤੂੰ ਉਸੇ ਵੇਲੇ ਜਿਹੜਾ ਹੈ ਇਹਨਾਂ ਦੇ ਜਿਹੜੇ ਤੂੰ ਇਹਨਾਂ ਦੀ ਸਲਾਹਕਾਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਨਿਯੁਕਤ ਕੀਤਾ, ਇਹਨਾਂ ਨੂੰ ਤੂੰ ਹਟਾ ਦੇ ਇਸ ਦੇ ਉੱਤੋਂ। ਸੋ ਇੱਕ ਗੱਲ ਕਹਿਣ ਦੇ ਉੱਤੇ ਜਿਹੜੇ ਲੋਕ ਉਸ ਸਿਸਟਮ ਨੂੰ ਪ੍ਰਣਾਏ ਹੋਏ ਲੋਕ ਨੇ ਤੇ ਜਿਹੜੇ ਉਸ ਸਿਸਟਮ ਦੇ ਵਿੱਚ ਯਕੀਨ ਵੀ ਰੱਖਦੇ ਨੇ, ਉਹ ਲੋਕਾਂ ਨੂੰ 1 ਮਿੰਟ ਦੇ ਵਿੱਚ ਤਕਲੀਫ ਜਿਹੜੀ ਆ ਉਸ ਬੰਦੇ ਦੇ ਉੱਤੋਂ ਹੋ ਗਈ ਤੇ ਉਹ ਚਲੋ ਖੈਰ ਉਹ ਬੰਦਾ ਆਪਣੇ ਆਪ ਹੀ ਜਵਾਬ ਦੇ ਗਿਆ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜਾ ਉੱਤੇ ਸੈਂਟਰਲਾਈਜ਼ ਸਿਸਟਮ ਜਿਸ ਨੇ ਸਾਰਾ ਇਹ ਢਾਂਚੇ ਦੇ ਉੱਤੇ ਰਾਜ ਕਰਨਾ, ਉਹ ਕਿਵੇਂ ਖੇਡ ਜਿਹੜੀ ਆ ਉਹ ਖੇਡਦਾ ਹੈਗਾ, ਕਿਵੇਂ ਉਹ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰਦਾ। ਸੋ ਜਿਹੜੇ ਲੋਕ ਪੰਜਾਬ ਤੇ ਪੰਜਾਬੀਅਤ ਤੇ ਖਾਸ ਤੌਰ ਦੇ ਉੱਤੇ ਆਪਣੇ ਹੱਕ ਹਕੂਕ ਦੀ ਗੱਲ ਕਰਨਗੇ, ਸੈਂਟਰ ਨੂੰ ਕਦੇ ਵੀ ਇਹ ਮਨਜ਼ੂਰ ਨਹੀਂ ਹੈਗਾ। ਅੱਜ ਵੀ ਉਹ ਇਹ ਕੀ ਕਹਿੰਦੇ ਨੇ, ਚਾਹੇ ਕਿਸਾਨ ਬੈਠੇ ਹੋਏ ਨੇ, ਉਹ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ ਇਕੱਲੇ ਬੈਠੇ ਹੋਏ ਆ। ਹੁਣ ਇਹ ਗੱਲ ਜਿਹੜੇ ਪੰਜਾਬ ਦੀਆਂ 31-32 ਜਥੇਬੰਦੀਆਂ ਨੇ ਉਹਨਾਂ ਦੇ ਇਹ ਗੱਲ ਖਾਨੇ 'ਚ ਨਹੀਂ ਪੈਂਦੀ ਹੈਗੀ, ਉਹਨਾਂ ਦੇ ਦਿਮਾਗ ਕੀ ਗੱਲ ਇਹ ਬੰਦ ਪਏ ਨੇ ਕਿ ਉਹਨਾਂ ਦੇ ਖਾਨੇ 'ਚ ਨਹੀਂ ਪੈਂਦੀ ਹੈਗੀ ਕਿ ਸਾਨੂੰ ਬਾਰ-ਬਾਰ ਇਹ ਗੱਲ, ਉਹ ਤੇ ਗੱਲ ਵੱਡੀ ਲਾ ਲਓ ਨਾ ਜਿਹੜੀ ਉਹ ਗੱਲ ਕਰ ਦਿੰਦੇ ਨੇ ਜੀ ਵੱਖਵਾਦੀ ਨੇ ਜੀ, ਇਹ ਖਾਲਿਸਤਾਨੀ ਨੇ, ਉਹ ਫਲਾਣਾ, ਉਹ ਤੇ ਗੱਲ ਛੱਡ ਦਿਓ। ਜਦੋਂ ਇੰਨੀ ਵੀ ਗੱਲ ਕਹਿੰਦੇ ਨੇ ਤੇ ਇਹਨਾਂ ਦੇ ਮੂੰਹ ਸਿੱਤੇ ਜਾਂਦੇ ਨੇ, ਮੂੰਹ ਟੁੱਟ ਜਾਂਦੇ ਨੇ ਕਿ ਉਦੋਂ ਇਹ ਗੱਲ ਕਹਿੰਦੇ ਹੋ ਕਿ ਪੰਜਾਬ ਨੂੰ ਤੁਸੀਂ ਇਸ ਭਾਰਤ ਦਾ ਹਿੱਸਾ ਮੰਨਦੇ ਹੋ। ਜੇ ਤੁਸੀਂ ਪੰਜਾਬ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ ਤੇ ਪੰਜਾਬ ਦੇ ਕਹਿੰਦੇ ਉਹ ਲੋਕ ਨੇ ਜਿਹੜੇ ਇਹ ਪੰਜਾਬ ਦੇ ਜਿਹੜੇ ਨੇ ਇਹ ਲੋਕ ਨੇ, ਸਾਡੇ ਤਾਂ ਬਾਕੀ ਲੋਕ ਤੇ ਬਹੁਤ ਚੰਗੇ ਨੇ, ਇਹਦਾ ਮਤਲਬ ਪੰਜਾਬ ਨੂੰ ਵੱਖ ਤਰੀਕੇ ਦੇ ਨਾਲ ਦੇਖਦੇ ਨੇ। ਆਪਾਂ ਇੱਕ ਦਿਨ ਟੌਪਿਕ ਵੀ ਕੀਤਾ ਸੀ ਇਹ। ਸੋ ਇਹ ਗੱਲ ਸਾਡੇ ਪੱਲੇ, ਪੰਜਾਬੀਆਂ ਦੇ ਪੱਲੇ, ਜਾਂ ਜਿੰਨੀਆਂ ਵੀ ਇਹ ਜਥੇਬੰਦੀਆਂ ਨੇ ਜਾਂ ਧਾਰਮਿਕ ਜਥੇਬੰਦੀਆਂ ਨੇ ਜਾਂ ਪੰਜਾਬ ਵਿੱਚ ਵਸਦੇ ਵਸਿੰਦੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕਿਉਂ ਨਹੀਂ ਪੈਂਦੀ ਕਿ ਭਾਈ ਪੰਜਾਬੀਆਂ ਨੂੰ ਵੱਖ ਕਿਉਂ ਕਹਿੰਦੇ ਨੇ, ਪੰਜਾਬੀਆਂ ਨੂੰ ਕਿਉਂ ਇਹ ਗੱਲ, ਉਹਨਾਂ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਆ ਉਹ ਵੀ ਕਹਿੰਦਾ, ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਕਹਿੰਦਾ, ਉਹਨਾਂ ਦਾ ਹੋਮ ਮਿਨਿਸਟਰ ਵੀ ਕਹਿੰਦਾ, ਉਹਨਾਂ ਦੇ ਪ੍ਰਾਈਮ ਮਿਨਿਸਟਰ ਵੀ ਕਹਿੰਦਾ, ਸਾਰੇ ਹੀ ਇਹ ਕਹਿੰਦੇ ਨੇ। ਤੇ ਫਿਰ ਭਾਈ ਸਾਡੇ ਦਿਮਾਗ ਬੰਦ ਕਿਉਂ ਨੇ, ਸਾਨੂੰ ਇਹ ਚੀਜ਼ ਸੋਚ ਕਿਉਂ ਨਹੀਂ? ਤੇ ਜਿਹੜੇ ਸਾਡੇ ਪੋਲੀਟੀਕਲ ਕਲਾਸ ਆ, ਇਹ ਤਾਂ
ਪਹਿਲਾਂ ਜਿਹੜੀ ਆ ਉਹ ਹੱਥ ਬੰਨ੍ਹ ਕੇ ਉਹ ਵੱਢ ਕੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਨੇ ਦਿੱਤੇ ਹੋਏ ਨੇ, ਕਿਉਂਕਿ ਨਾ ਤੁਹਾਨੂੰ ਜਿਸ ਦੇ ਉੱਤੇ ਤੁਸੀਂ ਮਾਣ ਕਰਦੇ ਹੋ ਕਿ ਸਾਡਾ ਕਾਨੂੰਨ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ। ਕਿਸ ਕਾਨੂੰਨ ਦੀ ਅਸੀਂ ਗੱਲ ਕਰਦੇ ਹਾਂ? ਕਿਸ ਕਾਨੂੰਨ ਦੇ ਉੱਤੇ ਜਾਂ ਕਿਸ ਸੰਵਿਧਾਨ ਦੇ ਉੱਤੇ ਤੁਹਾਨੂੰ ਜਿਹੜਾ ਹੈ ਉਹ ਕੋਈ ਐਡਾ ਵੱਡਾ ਵਿਸ਼ਵਾਸ ਪੈਦਾ ਹੋ ਗਿਆ? ਕਦੀ ਸੰਵਿਧਾਨ ਨੂੰ ਪੜ੍ਹ ਕੇ ਤਾਂ ਦੇਖੋ, ਕਦੀ ਸੰਵਿਧਾਨ ਨੂੰ ਫੋਲ ਕੇ ਤਾਂ ਦੇਖੋ। ਜਿਹੜੀ ਚੀਜ਼ ਪੜ੍ਹਾਈ ਜਾਂਦੀ ਆ ਜਾਂ ਜਿਹੜੀ ਚੀਜ਼ ਸਾਨੂੰ ਸਿਖਾਈ ਜਾਂਦੀ ਹੈਗੀ ਆ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਬਿਲਕੁਲ ਉਸ ਤਰ੍ਹਾਂ ਦੇ ਨਾਲ ਹੈ ਤੇ ਥਿਓਰੈਟੀਕਲੀ ਵੀ ਉਸ ਤਰ੍ਹਾਂ ਦੇ ਨਾਲ ਹੀ ਆ ਉਹ ਜਿਹੜੀ ਸਾਨੂੰ ਦਿਖਾਈ ਜਾਂਦੀ ਆ, ਜਾਂ ਜਿਹੜੇ ਸਾਡੇ ਲੋਕ ਬੜੇ ਵੱਡੇ ਆ ਕੇ ਕਈ ਵਾਰੀ ਸਟੇਟਮੈਂਟਾਂ ਦਿੰਦੇ ਸਾਡਾ ਸੰਵਿਧਾਨ ਸਾਨੂੰ ਇਹ ਇਜਾਜ਼ਤ ਨਹੀਂ ਦਿੰਦਾ। ਕਿਹੜੇ ਸੰਵਿਧਾਨ ਦੀ ਗੱਲ ਕਰਦੇ ਹਾਂ ਜੀ ਅਸੀਂ? ਕਿਹੜਾ ਸੰਵਿਧਾਨ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਸੰਵਿਧਾਨਕ ਤੌਰ ਦੇ ਉੱਤੇ ਜਿਹੜਾ ਹੈ ਉਹ ਮੰਨਿਆ ਜਾਂਦਾ ਹੈਗਾ? ਉਹ ਤਾਂ ਜਿਹੜੀ ਰਾਜ ਸੱਤਾ ਜਿਸ ਦੇ ਕੋਲ ਹੁੰਦੀ ਆ, ਰਾਜ ਸਟੇਟ ਜਿਹੜੀ ਰਾਜ ਕਰ ਰਹੀ ਆ, ਉਹ ਡੰਡੇ ਦੇ ਜ਼ੋਰ ਦੇ ਉੱਤੇ ਜੋ ਚਾਹਵੇ, ਜਿਸ ਰਾਜ ਦੇ ਵਿੱਚ ਚਾਹਵੇ, ਜਿਸ ਤਰ੍ਹਾਂ ਦੇ ਨਾਲ ਚਾਹਵੇ ਲੋਕਾਂ ਨੂੰ ਕੁੱਟ ਸਕਦੀ ਆ, ਲੋਕਾਂ ਨੂੰ ਲੁੱਟ ਸਕਦੀ ਆ, ਲੋਕਾਂ ਨੂੰ ਬਰਬਾਦ ਕਰ ਸਕਦੀ ਆ, ਲੋਕਾਂ ਦੀਆਂ ਜਨਰੇਸ਼ਨਾਂ ਖਤਮ ਕਰ ਸਕਦੀ ਆ, ਲੋਕਾਂ ਨੂੰ ਜੜੋਂ ਪੁੱਟ ਸਕਦੀ ਹੈਗੀ ਆ। ਇਹ ਗੱਲ ਸਾਡੇ ਸਮਝ ਕਿਉਂ ਨਹੀਂ ਆ ਰਹੀ ਹੈਗੀ? ਇਸ ਗੱਲ ਤੋਂ ਅਸੀਂ ਜਿਹੜਾ ਹੈ ਉਹ ਮੂੰਹ ਕਿਉਂ ਮੋੜ ਲੈਨੇ ਹੈਗੇ ਆ? ਤੇ ਇਹ ਸਵਾਲ ਬਣਦਾ ਕਿ ਭਾਈ ਤੁਸੀਂ ਸਾਨੂੰ ਆਟਾ ਦਾਲਾਂ ਸਕੀਮਾਂ ਤਾਂ ਦਿਓ, ਬਾਅਦ ਵਿੱਚ ਤੁਸੀਂ ਇਹ ਗੱਲ ਕਹਿਣੀ ਸ਼ੁਰੂ ਕਰੋ, ਕਹੋ ਇਹਨਾਂ ਨੂੰ ਸਵਾਲ ਕਰਕੇ ਕਿ ਭਾਈ ਤੁਹਾਡਾ ਤਾਂ ਹੱਕ ਹੀ ਨਹੀਂ ਹੈਗਾ। ਸੈਂਟਰ ਪਾਵਰ ਜਿਹੜੀ ਆ ਉਹ ਸਾਰੀਆਂ ਜਿਹੜੀਆਂ ਨੇ ਉਹ ਲੈ ਰਿਹਾ, ਉਹਨੇ ਲੈ ਨਹੀਂ ਰਿਹਾ, ਉਹਨੇ ਲੈ ਲੀਆਂ ਨੇ। ਉਹ ਜਦ ਚਾਹਵੇ ਜਿਹੜਾ ਮਰਜ਼ੀ ਕਾਨੂੰਨ ਲਾਗੂ ਕਰ ਸਕਦਾ, ਫਰਮਾਨ ਤੁਗਲਕੀ ਫਰਮਾਨ ਜਿਹੜਾ ਹੈ ਉਹ ਜਾਰੀ ਕਰ ਸਕਦੇ ਨੇ ਕਿ ਆਹ ਫਰਮਾਨ ਤੁਹਾਡੇ ਤੇ ਲਾਗੂ ਕਰ ਦਿੱਤਾ। ਤੇ ਅਸੀਂ ਇਹਨਾਂ ਜਿਹੜੇ ਨੁਮਾਇੰਦੇ ਨੇ ਜਿਹੜੇ ਘੜਮ ਚੌਧਰੀ ਬਣਾ ਕੇ ਜਾਂ ਚੌਧਰੀ ਬਣਾਉਣ ਦੀ ਸੋਚ ਰਹੇ ਆ, ਇਹਨਾਂ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸਾਡੀ ਜਾ ਕੇ ਉੱਥੇ ਗੱਲਬਾਤ ਕਰਨਗੇ। ਇਹਨਾਂ ਨੇ ਕੀ ਗੱਲਬਾਤ ਕਰਨੀ ਆ? ਸੋ ਇਸ ਪੋਲੀਟੀਕਲ ਸਟਰਕਚਰ ਨੂੰ, ਇਸ ਰਾਜਨੀਤਿਕ ਢਾਂਚੇ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਸਮਝੀਏ। ਅਸੀਂ ਇਸ ਰਾਜਨੀਤਿਕ ਢਾਂਚੇ ਦੇ ਵਿੱਚ ਹੀ 74 ਸਾਲਾਂ ਤੋਂ ਲਗਾਤਾਰ ਧੋਖਾ ਖਾ ਰਹੇ ਹੈਗੇ ਆ। ਇਸ ਤੋਂ ਅਸੀਂ ਕੁਝ ਬਾਹਰ ਜਾ ਕੇ ਸੋਚੀਏ ਤੇ ਆਪਣੇ ਸਹੀ ਨਿਸ਼ਾਨੇ ਵੱਲ, ਜੇ ਅਸੀਂ ਫੈਡਰਲ ਸਟਰਕਚਰ ਨੂੰ ਜਿਹੜਾ ਹੈ ਮੰਨਦੇ ਆ ਕੋਈ ਕਿ ਸਾਡੇ ਅਧਿਕਾਰ ਕੀ ਨੇ, ਅਸੀਂ ਉਹਨਾਂ ਅਧਿਕਾਰਾਂ ਵਾਸਤੇ ਲੜੀਏ। ਅੱਜ ਵਿਜ਼ਨ ਕੀ ਆ? ਨਾ ਤੁਹਾਡੇ ਪੋਲੀਟੀਕਲ ਸਟਰਕਚਰ ਕੋਲ ਕੋਈ ਵਿਜ਼ਨ ਆ, ਤੇ ਨਾ ਜਿਹੜੇ ਆ ਬੈਠੇ ਹੋਏ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਇਹਨਾਂ ਕੋਲ ਕੋਈ ਵਿਜ਼ਨ ਆ। ਕੋਈ ਦੇ ਰਿਹਾ ਵਿਜ਼ਨ ਤੁਹਾਨੂੰ? ਜੇ ਇਹ ਕਾਨੂੰਨ ਜਿਹੜੇ ਨੇ ਉਹ ਰੱਦ ਵੀ ਕਰ ਦਿੰਦੇ ਨੇ ਤੇ ਵਿਜ਼ਨ ਕੀ ਆ ਪੰਜਾਬ ਦੇ ਕੋਲ? ਪੰਜਾਬ ਬਾਜੂਗਾ ਇਹਦੇ ਨਾਲ? ਪੰਜਾਬ ਦੇ ਬਾਕੀ ਸਾਰੇ ਮਸਲੇ ਹੱਲ ਹੋ ਜਾਣਗੇ? ਕਿ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋ ਜਾਣਗੇ? ਕਿ ਸਾਡਾ ਜਿਹੜਾ ਲੁੱਟਿਆ ਜਾ ਰਿਹਾ ਪਾਣੀ ਆ ਉਹ ਬੰਦ ਹੋ ਜਾਏਗਾ? GST ਲੁੱਟ ਕੇ ਲੈ ਜਾਂਦੇ ਨੇ ਸਾਰੀ, ਉਹ ਬੰਦ ਹੋ ਜੂਗੀ? ਸਾਡਾ ਜਿਹੜਾ ਸਾਰਾ ਕੁਝ ਹੁਣ ਤੱਕ ਜਿਹੜਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਹੋ ਜੂਗੀ? ਕੀ ਹੋ ਜੂਗਾ? ਕੁਝ ਬਦਲਾਵ ਆ ਸਕਦਾ? ਬਦਲਾਵ ਤੇ ਲਿਆਉਣਾ ਪੈਣਾ। ਇਹ ਜਿਹੜੇ ਹੱਕ ਨੇ ਇਹ ਲੈਣੇ ਪੈਣੇ ਨੇ। ਮੰਗਾਂ ਜਿਹੜੀਆਂ ਨੇ ਉਹ ਗੁਲਾਮਾਂ ਦੀ ਤਰ੍ਹਾਂ ਦੇ ਨਾਲ ਮਨਵਾਈਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ, ਔਰ ਹੱਕ ਲੈਣੇ ਪੈਣਗੇ। ਹੱਕਾਂ ਤੋਂ ਬਗੈਰ ਸਾਡਾ ਕੋਈ ਰਸਤਾ ਜਿਹੜਾ ਹੈ ਉਹ ਨਹੀਂ ਪਿੱਛੇ ਬਚਦਾ ਇਸ ਟਾਈਮ ਦੇ ਉੱਤੇ। ਤੇ ਜਿੰਨੀ ਦੇਰ ਤੱਕ ਅਸੀਂ ਹੱਕ ਲੈਣ ਦੇ ਉੱਤੇ ਨਹੀਂ ਤੁਰਦੇ ਹੈਗੇ, ਸੋ ਹੱਕ ਲੈਣ ਵਾਸਤੇ ਸਾਨੂੰ ਕੀ ਬਣਾਉਣਾ ਚਾਹੀਦਾ, ਕਿਸ ਤਰ੍ਹਾਂ ਦੇ ਸਾਨੂੰ ਰਸਤੇ ਅਪਣਾਉਣੇ ਚਾਹੀਦੇ ਨੇ, ਇਸ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਆ। ਇਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਆਓ। ਜੇ ਨਹੀਂ ਲੈ ਕੇ ਆਉਂਦੇ ਤਾਂ ਇਹਨਾਂ ਨੂੰ ਪਾਸੇ ਕਰੋ। ਸਾਨੂੰ ਇਹੋ ਜਿਹਾ ਪੋਲੀਟੀਕਲ ਸਟਰਕਚਰ ਦੀ ਲੋੜ ਨਹੀਂ ਆ ਜਿਹੜਾ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਜਾਂ ਜਿਹੜਾ ਸਾਡੇ ਸਾਹਮਣੇ ਇਸ ਟਾਈਮ ਦੇ ਉੱਤੇ ਮੌਜੂਦਾ ਪੋਲੀਟੀਕਲ ਸਟਰਕਚਰ ਆ। ਸੋ ਪ੍ਰੋਗਰਾਮ ਦਾ ਸਮਾਂ ਦਰਸ਼ਕੋ ਸਮਾਪਤ ਆ। ਕੱਲ ਨੂੰ ਆਪਾਂ ਦੁਬਾਰਾ 6:30 ਵਜੇ ਤੁਹਾਡੇ ਕਚਹਿਰੀ ਦੇ ਵਿੱਚ ਦੁਬਾਰਾ ਹਾਜ਼ਰੀ ਲਾਵਾਂਗੇ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਕੋਈ ਇਨਪੁਟ ਪਾਉਣੀ ਚਾਹੁੰਦੇ ਹੋ ਤਾਂ 905 872 5259 ਦੇ ਉੱਤੇ ਸਾਨੂੰ WhatsApp ਰਾਹੀਂ ਜਿਹੜੀ ਹੈ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਦੌਰਾਨ 905 872 5259 905 872 5259 ਦੇ ਉੱਤੇ ਗੱਲਬਾਤ ਹੋ ਸਕਦੀ ਹੈਗੀ ਆ। ਸੋ ਕੱਲ ਨੂੰ ਮਿਲਦੇ ਹਾਂ ਜੀ 6:30 ਵਜੇ। ਭੈ ਕਾਹੂ ਕੋ ਦੇਤਨਾ ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।